हाँ जी, सत श्री अकाल साਰਿਆਂ ਨੂੰ। ਆਪਣੀ ਤਿਆਰੀ ਦਾ 14th ਡੇ ਆ ਗਿਆ। NCERT ਆਰਥਿਕਤਾ ਲੈਕਚਰ ਦੂਜਾ। ਲਾਸਟ ਲੈਕਚਰ ਵਿੱਚ ਆਪਾਂ ਗੱਲ ਕੀਤੀ ਸੀ ਕਿ ਕਿੱਦਾਂ ਜਦੋਂ ਬ੍ਰਿਟਿਸ਼ ਭਾਰਤ ਵਿੱਚ ਆਏ ਉਹਨਾਂ ਨੇ ਸਟਾਰਟਿੰਗ ਵਿੱਚ ਉਹ ਵਪਾਰ ਕਰਨ ਆਏ ਸੀ, ਪਰ ਹੌਲੀ-ਹੌਲੀ ਜਦੋਂ ਉਹਨਾਂ ਦੇ ਉੱਥੇ ਇੰਡਸਟਰੀਜ਼ ਲੱਗਣੀਆਂ ਸ਼ੁਰੂ ਹੋਈਆਂ, ਉਹਨਾਂ ਨੇ ਭਾਰਤ ਤੋਂ ਕੱਚਾ ਮਾਲ ਲੈਣਾ ਸ਼ੁਰੂ ਕੀਤਾ ਤੇ ਭਾਰਤ ਵਿੱਚ ਆਪਣੇ ਫਿਨਿਸ਼ ਗੁੱਡਸ ਵੇਚਣ ਲਈ ਭਾਰਤ ਨੂੰ ਇੱਕ ਮਾਰਕੀਟ ਦੇ ਤੌਰ ਤੇ ਵੀ ਤਿਆਰ ਕਰਨਾ ਸ਼ੁਰੂ ਕੀਤਾ। ਹੁਣ ਆਪਾਂ ਜੋ ਸੈਕੰਡ ਲੈਕਚਰ ਹੈ ਇਹ ਚ ਆਪਾਂ ਡਿਸਕਸ਼ਨ ਕਰਨੀ ਹੈ ਕਿ ਜਦੋਂ ਬ੍ਰਿਟਿਸ਼ ਭਾਰਤ ਨੂੰ ਛੱਡ ਕੇ ਗਏ, ਜਦੋਂ ਅੰਗਰੇਜ਼ ਭਾਰਤ ਨੂੰ ਛੱਡ ਕੇ ਗਏ, ਉਦੋਂ ਭਾਰਤ ਦੇ ਕੀ ਹਾਲਾਤ ਸੀ, ਭਾਰਤ ਨੇ ਕੀ ਰੁਖ ਲਿੱਤਾ ਆਪਣੀ ਆਰਥਿਕਤਾ ਨੂੰ ਇੰਪਰੂਵ ਕਰਨ ਲਈ। ਇਹ ਸਾਰੀ ਚੀਜ਼ਾਂ ਬਾਰੇ ਇਸ ਲੈਕਚਰ ਵਿੱਚ ਆਪਾਂ ਗੱਲ ਕਰਾਂਗੇ। ਦੇਖੋ, ਜਦੋਂ ਆਜ਼ਾਦੀ ਆਈ, ਆਜ਼ਾਦੀ ਦੇ ਨਾਲ ਨਾਲ ਆਪਣੇ ਅੱਗੇ ਬਹੁਤ ਸਾਰੀਆਂ ਮੁਸੀਬਤਾਂ ਖੜੀਆਂ ਸੀ ਆਰਥਿਕਤਾ ਨੂੰ ਲੈ ਕੇ, ਜਿਵੇਂ ਕਿ ਆਪਣੀ ਆਬਾਦੀ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ। ਦੇਖੋ, ਬ੍ਰਿਟਿਸ਼ ਨੇ ਭਾਰਤ ਵਿੱਚ ਬਹੁਤ ਜ਼ਿਆਦਾ ਲੁੱਟ ਮਚਾਈ ਆਪਣੇ ਇੱਥੋਂ ਦੀ ਸਾਰੀ, ਤੇ ਉਹਦੇ ਇਲਾਵਾ ਕਿਉਂਕਿ ਆਪਣੇ ਇੱਥੇ ਜਿਹੜੇ ਕਾਰੀਗਰ ਸੀਗੇ, ਮੈਂ ਪਿਛਲੇ ਲੈਕਚਰ ਦੱਸਿਆ ਸਭ ਤੋਂ ਮੇਨ ਕਮਾਈ ਦਾ ਜ਼ਰੀਆ ਹੀ ਉਹਨਾਂ ਦੇ ਥਰੂ ਸੀ, ਉਹ ਸਾਰਾ ਦਾ ਸਾਰਾ ਬੰਦ ਹੋ ਗਿਆ ਤੇ ਉਹਦੀ ਜਗ੍ਹਾ ਜ਼ਿਆਦਾਤਰ ਆਪਣੀ ਆਬਾਦੀ ਖੇਤੀਬਾੜੀ ਵਿੱਚ ਆ ਗਈ ਸੀ, ਜੋ ਜ਼ਿਆਦਾ ਕੋਈ ਕਮਾਈ ਕਰਵਾਉਂਦਾ ਨਹੀਂ ਸੀ, ਮਤਲਬ ਉਹ 'ਚ ਕੋਈ ਕਮਾਈ ਨਹੀਂ ਸੀ, ਆਪਣੇ ਗੁਜ਼ਾਰੇ ਜੋਗਾ ਹੀ ਲੋਕੀ ਖੇਤੀਬਾੜੀ 'ਚ ਉਗਾਉਂਦੇ ਸੀ। ਤਾਂ ਆਪਣੇ ਭਾਰਤ ਵਿੱਚ ਗਰੀਬੀ ਹੋਰ ਜ਼ਿਆਦਾ ਵੱਧਦੀ ਰਹੀ ਤੇ ਜਦੋਂ ਆਪਾਂ ਨੂੰ ਆਜ਼ਾਦੀ ਆਈ ਹੈ, ਆਪਣੀ ਸਰਕਾਰ ਦੇ ਅੱਗੇ ਜਿਹੜਾ ਬਹੁਤ ਵੱਡਾ ਚੈਲੰਜ ਸੀ ਉਹ ਇਹੀ ਸੀਗਾ ਕਿ ਆਪਾਂ ਗਰੀਬੀ ਨੂੰ ਲੌਂਗ ਟਰਮ 'ਚ ਕਿੱਦਾਂ ਘੱਟ ਕਰ ਸਕੀਏ, ਲੋਕਾਂ ਨੂੰ ਕਿਸ ਤਰੀਕੇ ਨਾਲ ਖਰਚਣ ਦੀ ਪਾਵਰ ਦੇ ਸਕੀਏ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਕੋਲੇ ਪੈਸੇ ਹੋਣ ਤੇ ਉਹ ਆਪਣੇ ਗੁਜ਼ਾਰੇ ਜੋਗਾ ਖਰਚਾ ਕਰ ਸਕਣ। ਦੂਜਾ ਜਿਹੜਾ ਆਪਣੇ ਇੱਥੇ ਆਪਣੇ ਅੱਗੇ ਪ੍ਰੋਬਲਮ ਸੀਗੀ, ਉਹ ਸੀਗੀ ਭੁੱਖਮਾਰੀ। ਦੇਖੋ, ਚਾਹੇ ਆਪਣੀ ਜ਼ਿਆਦਾਤਰ ਆਬਾਦੀ ਖੇਤੀ ਵਿੱਚ ਸੀ, ਪਰ ਭਾਰਤ ਦੀ ਜਿਹੜੀ ਖੇਤੀ ਸੀ, ਕਿਉਂਕਿ ਉਹ ਮੌਨਸੂਨ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਸੀ, ਠੀਕ ਹੈ, ਤੇ ਇਸ ਕਾਰਨ ਜੇ ਮੌਨਸੂਨ ਚੰਗਾ ਨਹੀਂ ਆਈ, ਬਰਸਾਤ ਚੰਗੀ ਨਹੀਂ ਆਈ, ਤਾਂ ਆਪਣਾ ਸਾਰੀ ਦੀ ਸਾਰੀ ਜਿਹੜੀ ਫਸਲਾਂ ਉਹ ਬਿਲਕੁਲ ਬਰਬਾਦ ਹੋ ਜਾਂਦੀਆਂ ਸੀ। ਤੇ ਦੂਜੀ ਗੱਲ, ਜਿਹੜੇ ਸਾਲਾਂ 'ਚ ਆਪਣੀ ਫਸਲ ਚੰਗੀ ਵੀ ਰਹੀ ਨਾ, ਵਰਲਡ ਵਾਰ 2 ਦੀ ਗੱਲ ਕਰੀਏ, ਕਿਉਂਕਿ ਆਪਣੀ ਆਜ਼ਾਦੀ ਤੋਂ ਪਹਿਲਾਂ ਦੂਜਾ ਵਿਸ਼ਵ ਯੁੱਧ ਹੋਇਆ ਸੀ, ਵਰਲਡ ਵਾਰ 2 ਹੋਈ ਸੀ। ਉਸ ਟਾਈਮ ਕੀ ਹੋਇਆ ਸੀ, ਜਿਹੜੇ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਹੈ ਵਿੰਸਟਨ ਚਰਚਿਲ ਰਹੇ ਉਸ ਟਾਈਮ, ਦੂਜੇ ਵਿਸ਼ਵ ਯੁੱਧ ਦੇ ਟਾਈਮ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਵਿੰਸਟਨ ਚਰਚਿਲ ਸੀਗੇ। ਉਹਨਾਂ ਨੂੰ ਨਾ ਹੁਣ ਬਹੁਤ ਜ਼ਿਆਦਾ ਨਫ਼ਰਤ ਕੀਤਾ ਜਾਂਦਾ ਹੈ ਭਾਰਤ ਵਿੱਚ ਵੀ ਤੇ ਹੋਰ ਜਿੰਨੇ ਕਲੋਨੀਜ਼ ਰਹੀਆਂ ਪਹਿਲਾਂ ਬ੍ਰਿਟਨ ਦੀਆਂ ਉੱਥੇ, ਕਿਉਂਕਿ ਉਹਨਾਂ ਦੀ ਸੋਚ ਇਦਾਂ ਸੀ ਕਿ ਦੇਖੋ ਇਹ ਲੋਕ ਭੁੱਖੇ ਮਰਦੇ, ਮਤਲਬ ਉਹਨਾਂ ਨੇ ਜੋ ਭਾਰਤ ਲਈ ਬੋਲਿਆ ਸੀ ਕਿ ਇਹ ਲੋਕ ਭੁੱਖੇ ਮਰਦੇ, ਮਰਨ ਦੋ, ਆਪਾਂ ਨੂੰ ਖਾਣਾ ਚਾਹੀਦਾ ਆਪਣੀ ਫੌਜ ਲਈ, ਆਪਣੇ ਲੋਕਾਂ ਲਈ। ਤਾਂ ਭਾਰਤ ਵਿੱਚ ਜਿੰਨਾ ਵੀ ਕੁਛ ਬੀਜਿਆ ਜਾਣ ਲੈ ਕੇ ਆਓ, ਯੂਰਪ ਲੈ ਕੇ ਆਓ, ਆਪਾਂ ਨੂੰ ਇੱਥੇ ਲੋੜ ਆ, ਭਾਰਤ 'ਚ ਲੋਕੀ ਭੁੱਖੇ ਮਰਦੇ ਆ, ਮਰਨ ਦੋ, ਇਦਾਂ ਦੇ ਉਹਨਾਂ ਦੇ ਬਿਆਨ ਰਹੇ ਆ। ਤਾਂ ਇਸ ਕਾਰਨ ਭਾਰਤ ਦੇ ਅੰਦਰ ਭੁੱਖਮਾਰੀ ਬਹੁਤ ਜ਼ਿਆਦਾ ਸੀ। ਜਦੋਂ ਆਪਾਂ ਆਜ਼ਾਦੀ ਆਈ ਹੈ, ਆਪਾਂ ਨੂੰ ਆਪਣਾ ਕੋਈ ਨਾ ਖੇਤੀਬਾੜੀ ਚੰਗੀ ਸੀਗੀ ਜਿੰਨੀ ਸੀਗੀ ਵੀ, ਅੰਗਰੇਜ਼ਾਂ ਨੇ ਜਿੰਨੀ ਲੁੱਟ ਮਚਾਈ ਸੀ ਉਹਦੇ ਕਾਰਨ ਆਪਣੇ ਇੱਥੇ ਕੁਪੋਸ਼ਣ, ਹਰ ਚੀਜ਼ ਦੇ ਲੋਕੀ ਸ਼ਿਕਾਰ ਹੋਏ ਹੋਏ ਸੀ। ਤੁਸੀਂ ਉਸ ਜ਼ਮਾਨੇ ਦੀਆਂ ਫੋਟੋਜ਼ ਗੂਗਲ ਤੇ ਸਰਚ ਕਰੋਗੇ, ਵਰਲਡ ਵਾਰ 2 ਇੰਡੀਆ ਹੰਗਰ ਕਰਕੇ ਸਰਚ ਕਰੋਗੇ ਤਾਂ ਤੁਹਾਨੂੰ ਦੇਖੂਗਾ ਕਿ ਲੋਕੀ ਕਿੱਦਾਂ ਸੜਕਾਂ ਤੇ ਭੁੱਖੇ ਮਰ ਰਹੇ ਸੀ ਉਸ ਟਾਈਮ ਤੇ ਬ੍ਰਿਟਿਸ਼ ਸਰਕਾਰ ਨੂੰ ਬਿਲਕੁਲ ਨਹੀਂ ਪਈ ਸੀ ਕਿ ਕਿਸੇ ਨੂੰ ਕੋਈ ਵੀ ਖਾਣੇ ਦੀ ਜਾਂ ਕੋਈ ਵੀ ਸਹੂਲਤ ਦੇ ਦੇ। ਹੁਣ ਇਦੋਂ ਅੱਗੇ ਵਧਦੇ ਹੋਏ ਨਾ ਬਰਾਬਰੀ। ਦੇਖੋ, ਆਪਣੇ ਭਾਰਤ ਵਿੱਚ ਗਰੀਬੀ ਦੇ ਨਾਲ ਨਾਲ ਇੱਕ ਹੋਰ ਪ੍ਰੋਬਲਮ ਵੀ ਸੀ। ਇਦਾਂ ਨਹੀਂ ਸੀ ਕਿ ਭਾਰਤ ਦੇ ਅੰਦਰ ਅਮੀਰ ਲੋਕ ਸੀਗੇ ਹੀ ਨਹੀਂ, ਭਾਰਤ ਦੇ ਅੰਦਰ ਅਮੀਰ ਸੀਗੇ, ਪਰ ਅਮੀਰ ਬਹੁਤ ਹੀ ਘੱਟ ਲੋਕ ਸੀਗੇ। ਤੇ ਇਸ ਕਾਰਨ ਆਪਣੇ ਭਾਰਤ ਦੀ ਸੁਸਾਇਟੀ ਵਿੱਚ ਨਾ ਬਹੁਤ ਵੱਡਾ ਫਰਕ ਪੈਦਾ ਹੋਇਆ ਸੀ। ਜਿਹੜੇ ਅਮੀਰ ਸੀ ਉਹ ਬਹੁਤ ਜ਼ਿਆਦਾ ਅਮੀਰ ਸੀ ਤੇ ਜਿਹੜੇ ਗਰੀਬ ਸੀ ਉਹਨਾਂ ਕੋਲੇ 2 ਵਕਤ ਛੱਡੋ, 1 ਵਕਤ ਦੀ ਰੋਟੀ ਦਾ ਖਾਣਾ ਵੀ ਨਹੀਂ ਹੋਊਗਾ, ਠੀਕ ਹੈ, 1 ਵਕਤ ਦੀ ਰੋਟੀ ਦਾ ਵੀ ਕਿਤੇ ਇੰਤਜ਼ਾਮ ਨਹੀਂ ਹੁੰਦਾ ਸੀ। ਤੇ ਦੂਜੇ ਜਿਹੜੇ ਅਮੀਰ ਸੀ ਭਾਰਤ ਵਿੱਚ, ਕਿਉਂਕਿ ਜਿਨ੍ਹਾਂ ਨੇ ਬ੍ਰਿਟਿਸ਼ਰਸ ਦਾ ਸਾਥ ਦਿੱਤਾ, ਜਿਹੜੇ ਵੱਡੇ ਵੱਡੇ ਜ਼ਮੀਨਦਾਰ ਸੀਗੇ, ਉਹਦੇ ਇਲਾਵਾ ਜਦ ਵੀ ਵਿਸ਼ਵ ਯੁੱਧ ਹੋਏ ਭਾਰਤ ਦੇ ਅੰਦਰ ਇੰਡਸਟਰੀਆਂ ਲੱਗੀਆਂ, ਜਿਹੜੇ ਲੋਕ ਇੰਡਸਟਰੀਜ਼ ਵਿੱਚ ਉਸ ਟਾਈਮ ਪੈ ਗਏ ਸੀ ਉਹਨਾਂ ਨੇ ਬਹੁਤ ਪੈਸਾ ਕਮਾਇਆ, ਕਿਉਂਕਿ ਜਦ ਵੀ ਲੜਾਈਆਂ ਯੁੱਧ ਛਿੜਦੇ ਆ, ਜਿਹੜੇ ਲੋਕ ਇਹ ਚੀਜ਼ਾਂ ਦੀ ਸਪਲਾਈ ਕਰ ਰਹੇ ਹੁੰਦੇ ਆ ਨਾ, ਉਹ ਬਹੁਤ ਜ਼ਿਆਦਾ ਪੈਸਾ ਕਮਾਉਂਦੇ ਆ ਤੇ ਉਹੀ ਭਾਰਤ ਵਿੱਚ ਵੀ ਕਮਾਇਆ ਇਹਨਾਂ ਨੇ। ਪਰ ਉਹੀ ਗੱਲ ਹੈ ਕਿ ਇਹਦੇ ਕਾਰਨ ਭਾਰਤ ਵਿੱਚ ਸਮਾਜ ਵਿੱਚ ਫਰਕ ਬਹੁਤ ਜ਼ਿਆਦਾ ਸੀ, ਗਰੀਬ ਬਹੁਤ ਜ਼ਿਆਦਾ ਗਰੀਬ ਸੀ, ਅਮੀਰ ਬਹੁਤ ਜ਼ਿਆਦਾ ਅਮੀਰ ਸੀ। ਤਾਂ ਭਾਰਤ ਦੀ ਸਰਕਾਰ ਨੂੰ ਹੁਣ ਇਦਾਂ ਦੀ ਵੀ ਕੋਈ ਆਰਥਿਕਤਾ ਦੀ ਜਦੋਂ ਤੁਸੀਂ ਸਾਰੀ ਪਾਲਿਸੀ ਬਣਾਉਣੀ ਹੈ,
ਇੱਕ ਪਾਸੇ ਤੁਸੀਂ ਗਰੀਬੀ ਵੀ ਹਟਾਣੀ ਹੈ, ਭੁੱਖਮਾਰੀ ਵੀ ਹਟਾਣੀ ਹੈ, ਉਹਦੇ ਨਾਲ ਤੁਸੀਂ ਇਹ ਵੀ ਦੇਖਣਾ ਹੈ ਕਿ ਅਮੀਰ ਇਦਾਂ ਨਾ ਹੁੰਦਾ ਜਾਵੇ ਕਿ ਇਹਨਾਂ ਵਿੱਚ ਫਰਕ ਹੋਰ ਵੱਡਾ ਹੁੰਦਾ ਜਾਵੇ, ਕਿ ਅਮੀਰ ਹੋਰ ਜ਼ਿਆਦਾ ਅਮੀਰ ਹੁੰਦਾ ਜਾ ਰਿਹਾ ਤੇ ਗਰੀਬ ਹੋਰ ਜ਼ਿਆਦਾ ਗਰੀਬ ਹੁੰਦਾ ਜਾ ਰਿਹਾ। ਆਪਾਂ ਆਪਣੇ ਸੰਵਿਧਾਨ ਦੇ ਅੰਦਰ ਜਦੋਂ ਆਪਾਂ ਇੰਡੀਅਨ ਪੋਲਿਟੀ ਪੜਾਂਗੇ, ਉਹ 'ਚ ਆਪਾਂ ਡਿਟੇਲ ਵਿੱਚ ਇਸ ਚੀਜ਼ ਨੂੰ ਪੜਾਂਗੇ ਵੀ ਆਪਾਂ ਆਪਣੇ ਸੰਵਿਧਾਨ ਵਿੱਚ ਵੀ ਲਿਖਿਆ ਕਿ ਸਰਕਾਰ ਦਾ ਇੱਕ ਜੋ ਫਰਜ਼ ਹੋਊਗਾ ਉਹ ਇਹ ਹੋਊਗਾ ਕਿ ਆਪਣੇ ਸਮਾਜ ਵਿੱਚ ਜਿਹੜੇ ਫਰਕ ਆ ਉਹ ਘੱਟ ਤੋਂ ਘੱਟ ਹੋਣ। ਠੀਕ ਹੈ, ਆਪਾਂ ਡੀਪੀਐਸਪੀ ਵਿੱਚ ਪੜਾਂਗੇ ਪਾਰਟ 4 ਆਪਣੇ ਕਨਸਟੀਟਿਊਸ਼ਨ ਦਾ। ਮੈਂ ਤੁਹਾਨੂੰ ਪੋਲਿਟੀ ਦੇ ਟਾਈਮ ਇਹੀ ਚੀਜ਼ ਦੱਸੂਗਾ। ਠੀਕ ਹੈ, ਆਪਣੀ ਖੇਤੀਬਾੜੀ ਦੀ ਪੈਦਾਵਾਰ ਬਹੁਤ ਘੱਟ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੌਨਸੂਨ ਤੇ ਜ਼ਿਆਦਾਤਰ ਨਿਰਭਰ ਸੀਗਾ। 85% ਦੇ ਕਰੀਬ ਆਪਣੀਆਂ ਜ਼ਮੀਨਾਂ ਮੌਨਸੂਨ ਦੀ ਬਰਸਾਤ ਤੇ ਡਿਪੈਂਡ ਕਰਦੀਆਂ ਸੀ, ਹੋਰ ਕੋਈ ਇਰੀਗੇਸ਼ਨ ਦੀ ਫੈਸਿਲਿਟੀ ਨਹੀਂ ਸੀਗੀ ਉਸ ਟਾਈਮ। ਅੱਜ ਵੀ 60% ਦੇ ਕਰੀਬ ਡਿਪੈਂਡ ਕਰਦੀਆਂ। ਤਾਂ ਅੱਜ ਵੀ ਆਪਣੇ ਭਾਰਤ ਵਿੱਚ ਮੌਨਸੂਨ ਜੀ ਚੰਗਾ ਨਾ ਆਵੇ, ਟਾਈਮ ਸਿਰ ਬਰਸਾਤ ਨਾ ਹੋਵੇ, ਜਾਂ ਪਹਿਲਾਂ ਹੋ ਗਈ ਬਾਅਦ 'ਚ ਹੋ ਗਈ ਜਾਂ ਘੱਟ ਹੋਗੀ, ਆਪਣੀਆਂ ਜ਼ਿਆਦਾਤਰ ਫਸਲਾਂ ਬਰਬਾਦ ਹੋ ਜਾਂਦੀਆਂ। ਉਸ ਟਾਈਮ ਤੇ ਜਦੋਂ ਆਜ਼ਾਦੀ ਆਈ ਉਸ ਟਾਈਮ ਤੇ ਇਹ ਪ੍ਰੋਬਲਮ ਹੋਰ ਵੀ ਵੱਡੀ ਸੀਗੀ। ਠੀਕ ਹੈ, ਇਹਦੇ ਇਲਾਵਾ ਆਪਣੀ ਖੇਤੀਬਾੜੀ ਵਿੱਚ ਕੋਈ ਵੀ ਨਵੀਂ ਟੈਕਨੋਲੋਜੀ ਨਹੀਂ ਪਾਈ ਗਈ ਸੀ, ਨਾ ਕੋਈ ਟਰੈਕਟਰ, ਪੈਸਟੀਸਾਈਡ, ਫਰਟੀਲਾਈਜ਼ਰ, ਇਦਾਂ ਦੀ ਕੋਈ ਵੀ ਚੀਜ਼ ਬ੍ਰਿਟਿਸ਼ ਨੇ ਆਪਣੇ ਐਗਰੀਕਲਚਰ ਵਿੱਚ ਕੋਈ ਵੀ ਇਨੋਵੇਸ਼ਨ ਤਰੱਕੀ ਨਹੀਂ ਹੋਣ ਦਿੱਤੀ ਸੀ। ਇਸ ਕਾਰਨ ਬਿਲਕੁਲ ਹੀ ਪਿਛੜਿਆ ਹੋਇਆ ਐਗਰੀਕਲਚਰ ਸੀ। ਲੋਕੀ ਆਪਣੇ ਗੁਜ਼ਾਰੇ ਜੋਗ ਉਗਾ ਪਾ ਰਹੇ ਸੀ, ਬਸ ਉਹ ਵੀ ਮੁਸ਼ਕਿਲ ਨਾਲ, ਹਰ ਜਗ੍ਹਾ ਉਹ ਵੀ ਨਹੀਂ ਉਗ ਪਾ ਰਿਹਾ ਸੀ। ਠੀਕ ਹੈ, ਜਿਹਦੇ ਕਾਰਨ ਆਪਣੀ ਚਾਹੇ ਜ਼ਿਆਦਾਤਰ ਆਬਾਦੀ ਤੇ ਡਿਪੈਂਡੈਂਟ ਸੀ, ਪਰ ਆਪਾਂ ਨੂੰ ਜਿਹੜਾ ਭੋਜਨ ਸੀਗਾ ਉਹਦੀ ਬਹੁਤ ਬੁਰੀ ਤਰੀਕੇ ਨਾਲ ਭਾਰਤ ਵਿੱਚ ਕਮੀ ਸੀ। ਆਪਣੇ ਇੱਥੇ ਖਾਣਾ ਵੀ ਪੂਰਾ ਨਹੀਂ ਸੀ, ਮਤਲਬ ਜਿੰਨਾ ਆਪਣੀ ਸਾਰੀ ਦੀ ਸਾਰੀ ਆਬਾਦੀ ਨੂੰ ਖਾਣਾ ਚਾਹੀਦਾ, ਆਪਣੀ ਉਨੀ ਫਸਲਾਂ ਹੁੰਦੀਆਂ ਹੀ ਨਹੀਂ ਸੀ। ਤਾਂ ਇਹਦੇ ਕਾਰਨ ਕੀ ਸੀ, ਆਪਾਂ ਨੂੰ ਨਾ ਬਾਕੀ ਦੇਸ਼ਾਂ ਤੇ ਇੱਕ ਤਰੀਕੇ ਨਾਲ ਡਿਪੈਂਡ ਕਰਨਾ ਪੈਂਦਾ ਸੀ, ਨਿਰਭਰ ਕਰਨਾ ਪੈਂਦਾ ਸੀ ਕਿ ਕੋਈ ਸਾਨੂੰ ਖਾਣਾ ਦੇ ਦੂਗਾ ਤਾਂ ਆਪਾਂ ਆਪਣੀ ਪੋਪੂਲੇਸ਼ਨ ਨੂੰ ਖਾਣਾ ਖਵਾ ਸਕਦੇ ਹਾਂ, ਤੇ ਦੇ ਦੂਗਾ। ਆਪਣੇ ਕੋਲੇ ਆਪਣਾ ਦੇਸ਼ ਅਮੀਰ ਵੀ ਨਹੀਂ ਸੀਗਾ ਕਿ ਆਪਾਂ ਖਰੀਦ ਸਕੀਏ, ਕੋਈ ਦੇ ਦਿੰਦਾ ਤਾਂ ਹੀ ਆਪਾਂ ਖਿਲਾ ਸਕਦੇ ਸੀ। ਇਹਦੇ ਵਿੱਚ ਇਹ ਸਾਰੀ ਚੀਜ਼ਾਂ ਵਿੱਚ ਉਸ ਜਿਹੜਾ ਜ਼ਮਾਨਾ ਚੱਲ ਰਿਹਾ ਸੀ ਉਸ ਟਾਈਮ ਯੂਐਸਏ ਤੇ ਤੁਹਾਡਾ ਸੋਵੀਅਤ ਯੂਨੀਅਨ ਜਿਹੜੀ ਸੀਗੀ, ਇਹ ਦੋਨਾਂ ਚ ਆਪਸ ਚ ਤੁਹਾਡਾ ਕੋਲਡ ਵਾਰ ਛਿੜੀ ਹੋਈ ਸੀ ਤੁਹਾਡੀ। ਠੀਕ ਹੈ, ਜਿਹਨੂੰ ਆਪਾਂ ਸ਼ਿੰਤ ਯੁੱਧ ਕਹਿੰਦੇ ਆ, ਕਿ ਬੇਸਿਕਲੀ ਕੋਲਡ ਵਾਰ ਛਿੜੀ ਹੋਈ ਸੀ ਦੋਨਾਂ ਚ ਆਪਸ ਚ ਆਈਡੀਓਲੋਜੀ ਨੂੰ ਲੈ ਕੇ, ਕਿ ਤੁਸੀਂ ਕਿੱਦਾਂ ਦਾ ਇਕਨੋਮਿਕ ਸਿਸਟਮ, ਆਪਣੀ ਆਰਥਿਕਤਾ ਕਿੱਦਾਂ ਦਾ ਬਣਾਉਂਦੇ ਹੋ, ਇਹ ਦੋਨਾਂ ਚ ਫਰਕ ਆਇਆ ਹੋਇਆ ਸੀ। ਤਾਂ ਇਹ ਕੀ ਕਰ ਰਹੇ ਸੀ, ਜਿੰਨੇ ਵੀ ਨਵੇਂ-ਨਵੇਂ ਦੇਸ਼ ਆਜ਼ਾਦ ਹੋ ਰਹੇ ਸੀ ਉਹ ਸਾਰਿਆਂ ਨੂੰ ਕਹਿ ਰਹੇ ਸੀ ਕਿ ਸਾਨੂੰ ਜੁਆਇਨ ਕਰ ਜਾਓ, ਸਾਡਾ ਸਿਸਟਮ ਫੋਲੋ ਕਰੋ, ਅਸੀਂ ਤੁਹਾਨੂੰ ਬੈਨੀਫਿਟ ਦੇਵਾਂਗੇ। ਪਰ ਭਾਰਤ ਨੇ ਇੱਥੇ ਨਿਊਟਰਲ ਰਹਿਣ ਦਾ ਸੋਚਿਆ, ਆਪਾਂ ਕਿਸੇ ਵੀ ਇੱਕ ਪਾਸੇ ਨੂੰ ਨਹੀਂ ਹੋਏ, ਆਪਾਂ ਸੈਂਟਰ ਰਹੇ ਹਾਂ ਦੋਨਾਂ ਨੂੰ। ਠੀਕ ਹੈ, ਕਿ ਆਪਾਂ ਕਿਸੇ ਵੀ ਇੱਕ ਦੇ ਪਾਸੇ ਨਹੀਂ ਹੋਣਾ। ਇਸ ਕਾਰਨ ਹੁੰਦਾ ਕਿ ਸੀ, ਦੇਖੋ ਆਪਣੇ ਰਿਸ਼ਤੇ ਤਾਂ ਦੋਨਾਂ ਨਾਲ ਹੀ ਸੀ, ਪਰ ਇਹਨਾਂ ਵਿੱਚ ਹੁਣ ਜਦ ਵੀ ਕਿਸੇ ਨੇ ਵੀ ਆਪਣੀ ਕੋਈ ਵੀ ਗੱਲ ਮਨਾਣੀ ਹੁੰਦੀ, ਉਹ ਫਿਰ ਆਪਣੇ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਆਰਮ ਟਵਿਸਟਿੰਗ, ਹੱਥ ਮਰੋੜਨੇ, ਕਿਸੇ ਦਾ ਹੱਥ ਮਰੋੜ ਕੇ ਗੱਲ ਮਨਾਣਾ, ਉਦਾਂ ਦੀ ਗੱਲਾਂ ਇਹ ਕਰਨੀਆਂ ਸ਼ੁਰੂ ਕਰ ਦਿੰਦੇ ਸੀਗੇ। ਜੇ ਜਿਵੇਂ ਆਪਾਂ ਨੂੰ ਅਮਰੀਕਾ ਆਪਾਂ ਨੂੰ ਖਾਣਾ ਦਿੰਦਾ ਸੀ, ਹੁਣ ਅਮਰੀਕਾ ਨੂੰ ਆਪਣੇ ਤੋਂ ਕੋਈ ਗੱਲ ਮਨਵਾਉਣੀ ਹੈ, ਭਾਰਤ ਤੋਂ ਕੋਈ ਗੱਲ ਮਨਵਾਉਣੀ ਹੈ, ਉਹ ਕੀ ਕਰਦੇ ਸੀ, ਆਪਣੇ ਖਾਣੇ, ਕਿਉਂਕਿ ਖਾਣੇ ਲਈ ਆਪਾਂ ਇਹਨਾਂ ਤੇ ਡਿਪੈਂਡ ਕਰ ਰਹੇ ਹਾਂ, ਉਹ ਆਪਣੇ ਖਾਣੇ ਦੀਆਂ ਸਾਰੀਆਂ ਸ਼ਿਪ ਜਿਹੜੀਆਂ ਸੀਗੀਆਂ ਉਹ ਥੋੜੀ ਡਿਲੇ ਕਰ ਦਿੰਦੇ ਸੀ, ਰੋਕ ਦਿੰਦੇ ਸੀ, ਜਿਹਦੇ ਕਾਰਨ ਭਾਰਤ ਵਿੱਚ ਸਡਨਲੀ ਪ੍ਰਾਈਸ ਵਧਨੇ ਸ਼ੁਰੂ ਹੋ ਜਾਣ, ਲੋਕੀ ਹੋਰ ਭੁੱਖ ਨਾਲ ਤੰਗ ਹੋਣੇ ਸ਼ੁਰੂ ਹੋ ਜਾਣ, ਸਰਕਾਰ ਨੂੰ ਮਜਬੂਰਨ ਉਹਨਾਂ ਦੀਆਂ ਗੱਲਾਂ ਮੰਨਣੀਆਂ ਪੈਣ। ਤੇ ਇਹ ਸਾਰੀਆਂ ਚੀਜ਼ਾਂ ਆਪਣੇ ਨਾਲ ਹੋ ਰਹੀਆਂ ਸੀ, ਕਿਉਂਕਿ ਆਪਾਂ ਕਿਸੇ ਇੱਕ ਦੇ ਪਾਸੇ ਨਹੀਂ ਚੁਣੇ ਗਏ, ਪਰ ਇਹਦਾ ਲੌਂਗ ਟਰਮ ਆਪਾਂ ਨੂੰ ਫਾਇਦਾ ਵੀ ਹੋਇਆ ਕਿ ਆਪਾਂ ਕੋਈ ਇੱਕ ਗੁੱਟ ਦੇ ਮੈਂਬਰ ਨਹੀਂ ਰਹੇ। ਠੀਕ ਹੈ, ਨੁਕਸਾਨ ਵੀ ਸੀ, ਫਾਇਦੇ ਵੀ ਸੀ। ਠੀਕ ਹੈ, ਤੇ ਇਹੀ ਜਿਹੜੇ ਇਹਨਾਂ ਨੇ ਆਪਾਂ ਨੂੰ ਇੰਨਾ ਤੰਗ ਕੀਤਾ, ਇਸੇ ਤੇ ਚੱਲਦੇ ਹੋਈ ਫਿਰ ਆਪਾਂ ਜਦੋਂ ਹਰਿਤ ਕ੍ਰਾਂਤੀ ਕੀਤੀ ਹੈ, ਜਦੋਂ ਆਪਾਂ ਗ੍ਰੀਨ ਰੈਵੋਲੂਸ਼ਨ ਲੈ ਕੇ ਆਏ ਹਾਂ, ਉਹ ਇਸੇ ਕਾਰਨ ਲੈ ਕੇ ਆਏ ਹਾਂ ਕਿ ਆਪਾਂ ਨਹੀਂ ਚਾਹੁੰਦੇ ਸੀ ਕੋਈ ਬੰਦਾ ਸਾਨੂੰ ਘੱਟੋ ਘੱਟ ਖਾਣੇ ਦੇ ਪਿੱਛੇ ਬਲੈਕਮੇਲ ਕਰੇ, ਕਿ ਖਾਣਾ ਹੀ ਨਹੀਂ ਦੇਵਾਂਗੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ। ਠੀਕ ਹੈ, ਤਾਂ ਇਹ ਚੰਗੀਆਂ ਚੀਜ਼ਾਂ ਵੀ ਹੋਈਆਂ ਕਿ ਆਪਾਂ ਖੁਦ ਆਤਮ ਨਿਰਭਰ ਹੋਏ ਹਾਂ, ਜਦੋਂ ਆਪਾਂ ਨੂੰ ਲੱਗਿਆ ਕਿ ਲੋਕੀ ਆਪਣਾ ਗਲਤ ਫਾਇਦਾ ਚੱਕ ਰਹੇ ਆ। ਇਹਦੇ ਨਾਲ ਜਦੋਂ ਭਾਰਤ ਆਜ਼ਾਦ ਹੋਇਆ, ਦੇਖੋ ਆਪਣੇ ਇੱਥੇ ਕੋਈ ਵੀ ਉਦਯੋਗਿਕ ਆਧਾਰ ਆਪਣੇ ਭਾਰਤ ਵਿੱਚ ਸੀਗਾ ਹੀ ਨਹੀਂ, ਮਤਲਬ ਆਪਣੇ ਇੱਥੇ ਇੰਡਸਟਰੀਅਲ ਬੇਸ ਸੀਗਾ ਹੀ ਨਹੀਂ, ਇੰਡਸਟਰੀਜ਼ ਸੀਗੀਆਂ ਹੀ ਨਹੀਂ। ਦੇਖੋ ਬ੍ਰਿਟਿਸ਼ ਇਦਾਂ ਨਹੀਂ ਸੀ ਕਿ ਇੰਡਸਟਰੀਜ਼ ਨਹੀਂ ਲੱਗੀਆਂ ਸੀ, ਕਾਟਨ ਜੂਟ ਆਪਾਂ ਪੜ੍ਹਿਆ ਕਿ ਇੰਡਸਟਰੀਜ਼ ਲੱਗੀਆਂ ਸੀ ਪਿਛਲੇ ਲੈਕਚਰਸ, ਪਰ ਉਹ ਬਹੁਤ ਹੀ ਘੱਟ ਲੱਗੀਆਂ ਹੋਈਆਂ ਸੀ ਤੇ ਉਹਨਾਂ 'ਚ ਬਹੁਤ ਹੀ ਘੱਟ ਲੋਕ ਕੰਮ ਕਰਦੇ ਸੀ। ਸਹੀ, ਠੀਕ ਹੈ, ਭਾਰਤ ਦੀ 9% ਆਬਾਦੀ ਸਿਰਫ ਇੰਡਸਟਰੀਜ਼ ਵਿੱਚ ਕੰਮ ਕਰਦੀ ਸੀ,
ਬਾਕੀ ਸਾਰੀ ਬਾਕੀ ਕੰਮਾਂ 'ਚ ਲੱਗੀ ਹੋਈ ਸੀ। ਹੁਣ ਇੰਨੀ ਘੱਟ ਭਾਰੀਆਂ ਸੀ, ਠੀਕ ਹੈ। ਭਾਰਤ ਵਿੱਚ ਕੋਈ ਵੀ ਇਦਾਂ ਦਾ ਲੋਹਾ ਵੀ, ਚਾਹੇ ਆਪਣੇ ਟਾਟਾ ਨੇ ਵੀ ਪਲਾਂਟ ਲਗਾਤਾ ਕੁਝ ਵੀ, ਪਰ ਭਾਰਤ ਦੀ ਆਪਣੀ ਹਜੇ ਵੀ ਜ਼ਰੂਰਤ ਨੂੰ ਉਹ ਪੂਰਾ ਨਹੀਂ ਕਰ ਪਾ ਰਹੇ ਸੀ। ਉਹ ਵੀ ਸਭ ਕੁਝ ਆਪਾਂ ਨੂੰ ਬਾਹਰ ਮੰਗਵਾਉਣਾ ਪੈਂਦਾ ਸੀ। ਤਾਂ ਭਾਰਤ ਵਿੱਚ ਇੱਕ ਪਾਸੇ ਜੇ ਕਾਰੀਗਰ ਬ੍ਰਿਟਿਸ਼ ਨੇ ਖਤਮ ਕੀਤੇ ਸੀ, ਉਹਦੇ ਬਦਲੇ ਉਹਨਾਂ ਨੇ ਕਦੀ ਫੈਕਟਰੀਆਂ ਨਹੀਂ ਲਗਵਾਈਆਂ। ਤਾਂ ਆਪਣਾ ਕਦੀ ਇੰਡਸਟਰੀਅਲ ਰੈਵੋਲੂਸ਼ਨ ਬ੍ਰਿਟਿਸ਼ ਦੇ ਟਾਈਮ ਤੇ ਨਹੀਂ ਹੋਇਆ। ਇਸੇ ਕਾਰਨ ਆਪਣੇ ਭਾਰਤ ਦੇ ਅੰਦਰ ਇੱਕ ਸਾਈਡ ਤੇ ਖੇਤੀਬਾੜੀ ਪਿਛੜੀ ਹੋਈ ਸੀ, ਦੂਜੇ ਪਾਸੇ ਇੰਡਸਟਰੀਆਂ ਵੀ ਨਹੀਂ ਲੱਗੀਆਂ ਸੀ। ਤੇ ਇੰਡਸਟਰੀਆਂ ਨਾ ਹੋਣ ਦਾ ਇੱਕ ਹੋਰ ਕਾਰਨ ਵੀ ਸੀ ਕਿ ਆਪਣੇ ਇੱਥੇ ਬੁਨਿਆਦੀ ਢਾਂਚੇ ਦੀ ਵੀ ਕਮੀ ਸੀ। ਜਿਹੜਾ ਇਨਫਰਾਸਟ੍ਰਕਚਰ ਹੈ, ਚੰਗੀਆਂ ਸੜਕਾਂ, ਬਿਜਲੀ, ਇਹ ਸਭ ਕੁਝ ਦੀ ਵੀ ਆਪਣੇ ਇੱਥੇ ਕਮੀ ਸੀ। ਜਦ ਤੱਕ ਇਹ ਨਹੀਂ ਹੋਣਗੀਆਂ ਉਨੀ ਦੇਰ ਤੱਕ ਇੰਡਸਟਰੀ ਕਿੱਦਾਂ ਕੰਮ ਕਰੂਗੀ? ਜੇ ਮੈਂ ਸੜਕਾਂ ਨਹੀਂ ਬਣਾ ਪਾਊਂਗਾ, ਸਮਾਨ ਕਿੱਦਾਂ ਟਰੈਵਲ ਕਰੂਗਾ? ਜੇ ਬਿਜਲੀ ਨਹੀਂ ਹੋਊਗੀ, ਸਮਾਨ ਬਣੂਗਾ ਕਿੱਦਾਂ? ਠੀਕ ਹੈ। ਤੇ ਇਹ ਸਾਰੀ ਚੀਜ਼ਾਂ ਦੀ, ਕੋਈ ਚੰਗੇ ਬੰਦਰਗਾਹ ਨਹੀਂ ਹੋਣਗੇ, ਆਪਾਂ ਐਕਸਪੋਰਟ ਕਿੱਦਾਂ ਕਰਾਂਗੇ? ਵੱਡੀਆਂ ਵੱਡੀਆਂ ਸ਼ਿਪਸ ਤਾਂ ਭਾਰਤ ਆ ਹੀ ਨਹੀਂ ਪਾਣਗੀਆਂ। ਤੇ ਇਹ ਸਾਰੀਆਂ ਚੀਜ਼ਾਂ ਵੀ ਇੱਥੇ ਪੂਰੀਆਂ ਕਰਨੀਆਂ ਜ਼ਰੂਰੀ ਸੀ। ਹੁਣ ਜਦ ਸਭ ਤੋਂ ਪਹਿਲਾਂ ਜਿਹੜਾ ਆਪਣੇ ਅੱਗੇ ਕੁਐਸਚਨ ਖੜਾ ਸੀ, ਜਦੋਂ ਆਪਾਂ ਹੁਣ ਆਪਣੇ ਭਾਰਤ ਲਈ ਸਿਸਟਮ ਡਿਸਾਈਡ ਕਰਨਾ ਹੈ, ਉਹ ਇਹ ਸੀਗਾ ਕਿ ਆਪਣਾ ਪ੍ਰਾਇਮਰੀ ਗਤੀ ਬਲ ਕਿਹਨੂੰ ਮੰਨੀਏ। ਪ੍ਰਾਇਮਰੀ ਗਤੀ ਬਲ ਦਾ ਮਤਲਬ ਹੁੰਦਾ, ਦੇਖੋ ਹੁਣ ਜਦੋਂ ਭਾਰਤ ਆਜ਼ਾਦ ਹੋਇਆ, ਭਾਰਤ ਕੋਲ ਇੰਨਾ ਪੈਸਾ ਨਹੀਂ ਹੈ ਕਿ ਆਪਾਂ ਖੇਤੀਬਾੜੀ ਵੀ ਨਾਲ ਦੀ ਨਾਲ ਹੀ ਇੰਪਰੂਵ ਕਰ ਦਈਏ ਤੇ ਨਾਲ ਦੀ ਨਾਲ ਉਦਯੋਗ, ਜਿਹੜੀਆਂ ਥੋੜ੍ਹੀਆਂ ਇੰਡਸਟਰੀਆਂ, ਉਹ ਵੀ ਲਗਾਉਣੀਆਂ ਸ਼ੁਰੂ ਕਰ ਦਈਏ। ਤੁਸੀਂ ਕਿਸੇ ਇੱਕ ਚੀਜ਼ ਉੱਤੇ ਹਮੇਸ਼ਾ ਜ਼ਿਆਦਾ ਪੈਸਾ ਲਗਾ ਸਕਦੇ ਹੋ, ਦੂਜੇ ਤੇ ਕਿਉਂਕਿ ਤੁਹਾਡੇ ਕੋਲ ਪੈਸਾ ਘੱਟ ਹੈ। ਤਾਂ ਕਿਸੇ ਇੱਕ ਚੀਜ਼ ਨੂੰ ਤੁਹਾਨੂੰ ਆਪਣਾ ਪ੍ਰਾਇਮਰੀ ਬਲ ਮੰਨਣਾ ਪਊਗਾ। ਤਾਂ ਕਿਹੜੀ ਚੀਜ਼ ਨੂੰ ਮੰਨੋਗੇ? ਹੁਣ ਭਾਰਤ ਵਿੱਚ ਖੇਤੀਬਾੜੀ ਵੀ ਸੀਗੀ, ਜਿਹਦੇ ਉੱਤੇ ਜ਼ਿਆਦਾਤਰ ਭਾਰਤ ਦੀ ਆਬਾਦੀ ਨਿਰਭਰ ਇਹ ਤੇ ਕਰਦੀ ਸੀ। ਤਾਂ ਹੁਣ ਜੇ ਮੈਂ ਖੇਤੀਬਾੜੀ ਤੇ ਪੈਸਾ ਲਗਾਉਂਗਾ, ਦੇਖੋ ਹੁਣ ਸਰਕਾਰ ਦਾ ਪਰਸਪੈਕਟਿਵ ਦੇਖੋ, ਜੇ ਹੁਣ ਮੈਂ ਖੇਤੀਬਾੜੀ ਤੇ ਪੈਸਾ ਲਗਾਉਂਗਾ, ਜ਼ਿਆਦਾਤਰ ਲੋਕਾਂ ਦਾ ਭਲਾ ਹੋ ਜਾਊਗਾ, ਕਿਉਂਕਿ ਜੇ ਆਪਣੀ ਜ਼ਿਆਦਾਤਰ ਆਬਾਦੀ ਹੀ ਖੇਤੀਬਾੜੀ ਤੇ ਨਿਰਭਰ ਹੈ, ਤੇ ਜੇ ਮੈਂ ਕਿਉਂਕਿ ਪਰ ਦਿੱਕਤ ਕੀ ਹੈ, ਖੇਤੀਬਾੜੀ ਨੂੰ ਜੇ ਤਰੱਕੀ ਦੇਣੀ ਹੈ, ਉਹਦੇ ਲਈ ਆਪਾਂ ਨੂੰ ਚਾਹੀਦੀਆਂ ਤਕਨੀਕੀ ਆਦਾਨ ਚਾਹੀਦੇ ਆ, ਯਾਨੀ ਕਿ ਥੋੜੀ ਮਸ਼ੀਨਰੀ ਚਾਹੀਦੀ ਆ। ਹੁਣ ਤਕਨੀਕੀ ਆਦਾਨ ਉਦੋਂ ਆਣਗੇ ਜਦੋਂ ਤੁਹਾਡੀ ਇੰਡਸਟਰੀਆਂ ਲੱਗੀਆਂ ਹੋਣਗੀਆਂ, ਜਦੋਂ ਤੁਹਾਡੇ ਉਦਯੋਗ ਲੱਗੇ ਹੋਣਗੇ। ਉਹ ਤਾਂ ਉੱਥੇ ਹੀ ਆਣੇ ਨੇ, ਟਰੈਕਟਰ ਉੱਥੋਂ ਆਣੇ ਆ, ਪੈਸਟੀਸਾਈਡ, ਫਰਟੀਲਾਈਜ਼ਰ, ਇਹ ਸਾਰੀਆਂ ਚੀਜ਼ਾਂ ਉੱਥੋਂ ਬਣਨੀਆਂ, ਹੋਰ ਜਿੰਨੇ ਕੋਈ ਇੰਪਲੀਮੈਂਟ ਹੈ, ਸਭ ਕੁਝ ਇੱਥੋਂ ਆਣੇ ਆ। ਤਾਂ ਇਹ ਸਾਰੀ ਚੀਜ਼ਾਂ ਉਨੀ ਦੇਰ ਤੱਕ ਨਹੀਂ ਆ ਸਕਦੀਆਂ ਜਦ ਤੱਕ ਉਦਯੋਗ ਨਹੀਂ ਹੋਣਗੇ। ਹੁਣ ਫਿਰ ਲੌਜੀਕਲ ਸੈਂਸ ਬਣਦਾ ਕਿ ਮੈਂ ਉਦਯੋਗ, ਇੰਡਸਟਰੀਜ਼ ਨੂੰ ਸਭ ਤੋਂ ਪਹਿਲਾਂ ਲਗਾਵਾਂ। ਹੁਣ ਦੇਖੋ ਉਦਯੋਗ ਬਿਨਾ ਜਿਹੜਾ ਉਦਯੋਗ ਸੀਗਾ, ਇਹਦੇ ਵਿੱਚ ਕੀ ਆਪਾਂ ਨੂੰ ਇਹ ਫਾਇਦਾ ਕੀ ਸੀ, ਨੁਕਸਾਨ ਕੀ ਸੀ? ਦੇਖੋ ਫਾਇਦਾ ਇਹ ਸੀ, ਜੇ ਆਪਾਂ ਉਦਯੋਗ ਉੱਤੇ ਪੈਸਾ ਲਗਾਉਂਦੇ ਆ, ਜਿਵੇਂ ਸਾਰੀ ਦੁਨੀਆ ਨੇ ਇੰਡਸਟਰੀਅਲ ਰੈਵੋਲੂਸ਼ਨ ਤੋਂ ਪੈਸਾ ਕਮਾਇਆ ਸੀ, ਸਾਰੀ ਦੁਨੀਆ ਵਿੱਚ ਨੌਕਰੀਆਂ ਇੰਡਸਟਰੀਜ਼ ਵਿੱਚ ਆਈਆਂ ਸੀ, ਭਾਰਤ ਵਿੱਚ ਵੀ ਆ ਜਾਂਦੀਆਂ। ਪਰ ਗੱਲ ਕੀ ਸੀ, ਇਹਦੇ ਲਈ ਕੱਚੇ ਮਾਲ ਦੀ ਵੀ ਤਾਂ ਲੋੜ ਹੈ। ਕੱਚਾ ਮਾਲ ਕਿੱਥੋਂ ਆਊਗਾ? ਉਹ ਖੇਤੀਬਾੜੀ ਤਾਂ ਹੋਊਗਾ। ਜੇ ਹੁਣ ਮੈਂ ਚਾਹਨਾ ਕਿ ਮੇਰੇ ਭਾਰਤ ਵਿੱਚ ਟੈਕਸਟਾਈਲ ਇੰਡਸਟਰੀ ਬਹੁਤ ਵੱਡੀ ਹੋ ਜੇ, ਠੀਕ ਹੈ, ਕੱਪੜਾ ਬਣਨਾ ਸ਼ੁਰੂ ਹੋ ਜਾਏ ਬਹੁਤ ਵੱਡੇ ਸਕੇਲ ਤੇ, ਦੁਨੀਆ ਭਰ ਦਾ ਕੱਪੜਾ ਆਪਾਂ ਬਣਾਉਣ ਲੱਗ ਜਾਈਏ, ਪਰ ਕੱਪੜਾ ਬਣਾਉਣ ਲਈ ਪਹਿਲਾਂ ਕਾਟਨ ਵੀ ਤਾਂ ਚਾਹੀਦੀ ਹੈ। ਜੇ ਕਾਟਨ ਦਾ ਲੈਟਸ ਸਪੋਜ਼ ਕੱਪੜਾ ਬਣਾਉਣਾ ਹੈ, ਤਾਂ ਉਹਦੇ ਲਈ ਪਹਿਲਾਂ ਕਾਟਨ ਫਸਲ ਵੀ ਤਾਂ ਕਿਤੇ ਉਗਾਵਾਂਗੇ ਤਾਂ ਹੀ ਹੋਊਗਾ। ਹੁਣ ਇਹ ਕਰਦੇ ਕਰਾਂਦੇ ਤਾਂ ਹੀ ਸਭ ਤੋਂ ਪਹਿਲਾਂ ਕੱਚੇ ਮਾਲ ਦੀ ਵੀ ਲੋੜ ਹੈ, ਤਾਂ ਖੇਤੀਬਾੜੀ ਦੀ ਤਰੱਕੀ। ਤਾਂ ਭਾਰਤ ਇੱਕ ਇਦਾਂ ਦੀ ਸਿਚੁਏਸ਼ਨ ਵਿੱਚ ਫਸਿਆ ਹੋਇਆ ਸੀ, ਜਿੱਥੇ ਆਪਣੀ ਕੋਈ ਵੀ ਚੀਜ਼ ਆਪਣੇ ਭਾਰਤ ਸੀਗੀ ਨਹੀਂ, ਖੇਤੀਬਾੜੀ ਵੀ ਨਹੀਂ ਚੰਗੀ ਸੀ, ਉਦਯੋਗ ਵੀ ਨਹੀਂ ਸੀਗੇ, ਤੇ ਆਪਾਂ ਨੂੰ ਸਾਰੀ ਚੀਜ਼ਾਂ ਦੀ ਤਰੱਕੀ ਕਰਨੀ ਹੈ। ਤਾਂ ਹੀ ਜਦੋਂ ਭਾਰਤ ਦੀ ਸਰਕਾਰ ਨੇ ਤੁਹਾਡੇ ਬਾਅਦ ਤਰੱਕੀ ਲਈ ਪਲਾਨ ਬਣਾਉਣੇ ਸ਼ੁਰੂ ਕੀਤੇ ਸੀ, ਜਿਹੜੇ ਆਪਾਂ 5 ਈਅਰ ਪਲਾਨ ਪੜ੍ਹਦੇ ਅੱਗੇ ਜਾ ਕੇ ਮੈਂ ਦੱਸੂਗਾ, ਉਹ 'ਚ ਆਪਾਂ ਸਟਾਰਟਿੰਗ 'ਚ ਦੋਨਾਂ ਤੇ ਪਹਿਲੇ ਪਲਾਨ, ਉਸ ਤੋਂ ਬਾਅਦ ਹੌਲੀ ਹੌਲੀ ਉਦਯੋਗਾਂ ਤੇ ਫੋਕਸ ਵਧਿਆ, ਸਰਕਾਰੀ ਕੰਪਨੀਆਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਹੌਲੀ ਹੌਲੀ ਫੋਕਸ ਪਹਿਲਾਂ ਉਹ ਤੇ ਵਧਿਆ, ਬਾਅਦ 'ਚ ਆਪਾਂ ਹਰਿਤ ਕ੍ਰਾਂਤੀ ਵੀ ਕੀਤੀ, ਖੇਤੀਬਾੜੀ ਵੀ ਲੈ ਕੇ ਆਏ ਹਾਂ। ਤਾਂ ਆਪਾਂ ਫੋਕਸ ਤਾਂ ਹੀ ਆਪਾਂ ਨੂੰ ਕਿਤੇ ਨਾ ਕਿਤੇ ਬਰਾਬਰ ਰੱਖਣਾ ਪਿਆ, ਕਿਉਂਕਿ ਆਪਣੇ ਦੋਨੋਂ ਚੀਜ਼ਾਂ ਦੀ ਹੀ ਬਹੁਤ ਵੱਡੇ ਸਕੇਲ ਤੇ ਕਮੀ ਸੀ। ਪਰ ਇੱਕ ਟਾਈਮ ਤੇ ਆਪਾਂ ਦੋਨਾਂ ਤੇ ਪੈਸਾ ਨਹੀਂ ਲਗਾ ਸਕਦੇ ਸੀ, ਤਾਂ ਹੀ ਥੋੜਾ ਜਿਹਾ ਕਦੀ ਇਹ ਤੇ ਇਨਵੈਸਟ ਕਰਦੇ, ਕਦੀ ਉਹ ਤੇ ਇਨਵੈਸਟ ਕਰਦੇ, ਕਦੀ ਇਹ ਤੇ ਕਰਦੇ, ਕਦੀ ਉਹ ਤੇ ਕਰਦੇ, ਇਦਾਂ ਆਪਾਂ ਵਾਰ-ਵਾਰ ਸ਼ਿਫਟ ਮਾਰਦੇ ਰਹੇ ਹਾਂ। ਹੁਣ ਦੇਖੋ, ਜਦ ਵੀ ਤੁਹਾਨੂੰ ਆਪਣੇ ਦੇਸ਼ ਵਿੱਚ ਕੋਈ ਵੀ ਆਰਥਿਕ ਸਿਸਟਮ ਬਣਾਉਣਾ ਹੁੰਦਾ ਹੈ, ਜਿਹੜੀ ਵੀ ਪ੍ਰਣਾਲੀ ਬਣਾਓਗੇ, ਉਹਦੇ ਲਈ ਸਭ ਤੋਂ ਪਹਿਲਾਂ 3 ਕੁਐਸਚਨ ਆਨਸਰ ਕਰਨੇ ਜ਼ਰੂਰੀ ਹੈ। ਇਹ ਜਿਹੜੇ 3 ਸਵਾਲਾਂ ਦੇ ਜਦੋਂ ਤੁਸੀਂ ਜਵਾਬ ਲੱਭੋਗੇ, ਤੁਹਾਡਾ ਸਿਸਟਮ, ਮਤਲਬ ਇਹ 3 ਸਵਾਲਾਂ ਦੇ ਜਵਾਬ
ਜਦੋਂ ਆਣਗੇ ਤੁਹਾਡਾ ਕਿਹੜਾ ਸਿਸਟਮ ਹੋਊਗਾ ਉਹ ਆਪਣੇ ਆਪ ਹੀ ਉਸ ਤਰੀਕੇ ਨਾਲ ਬਣਦਾ। ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਹਾਡੇ ਦੇਸ਼ ਵਿੱਚ ਕਿਹੜੀ ਚੀਜ਼ਾਂ ਤੇ ਸੇਵਾਵਾਂ ਬਣਨਗੀਆਂ। ਠੀਕ ਹੈ, ਕਿਹੜੀਆਂ ਚੀਜ਼ਾਂ ਬਣਾਈਏ ਆਪਾਂ, ਕਿਹੜੀਆਂ ਚੀਜ਼ਾਂ ਆਪਾਂ ਬਣਾਈਏ ਆਪਣੇ ਦੇਸ਼ ਦੇ ਅੰਦਰ, ਸਭ ਤੋਂ ਪਹਿਲਾਂ ਇਹ ਡਿਸਾਈਡ ਕਰਨਾ। ਦੂਜੀ ਗੱਲ ਹੈ ਬਣਾਈਏ ਕਿੱਦਾਂ, ਮਨੁੱਖੀ ਕਿਰਤ ਕਰਵਾਈਏ ਯਾਨੀ ਕਿ ਹਿਊਮਨ ਲੇਬਰ ਲਗਾਈਏ, ਲੋਕਾਂ ਦੀ ਮਜ਼ਦੂਰੀ ਲਗਾਈਏ, ਜਾਂ ਆਪਾਂ ਮਸ਼ੀਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰੀਏ। ਠੀਕ ਹੈ, ਮਸ਼ੀਨਾਂ ਸਸਤੀਆਂ ਪੈਣਗੀਆਂ ਜਾਂ ਇਨਸਾਨੀ ਜਿਹੜੇ ਹੱਥੀ ਕੰਮ ਕੀਤਾ ਹੈ ਉਹ ਸਸਤਾ ਪਊਗਾ, ਉਹ ਆਪਾਂ ਨੂੰ ਦੇਖਣਾ ਜ਼ਰੂਰੀ ਹੈ। ਠੀਕ ਹੈ, ਕਿ ਕਿੱਦਾਂ ਕਰਵਾਉਣਾ, ਪਹਿਲਾ ਸੀਗਾ ਕੀ ਬਣਾਉਣਾ ਹੈ, ਦੂਜਾ ਸੀਗਾ ਕਿੱਦਾਂ ਬਣਾਉਣਾ, ਕਿਵੇਂ ਬਣਾਉਣਾ ਹੈ, ਤੇ ਤੀਜੀ ਚੀਜ਼ ਹੈ ਕਿਵੇਂ ਵੰਡਣਾ। ਹੁਣ ਜਿਹੜਾ ਸਮਾਨ ਬਣ ਗਿਆ ਉਹਨੂੰ ਪੂਰੇ ਦੇਸ਼ ਵਾਸੀਆਂ ਤੱਕ ਕਿੱਦਾਂ ਪਹੁੰਚਾਉਣਾ, ਉਹਨੂੰ ਕਿੱਦਾਂ ਵੰਡਣ ਲਈ, ਕੀ ਸਰਕਾਰ ਉਹਨੂੰ ਸਬਸਿਡੀ ਤੇ ਦੇਵੇ, ਫ੍ਰੀ ਵਿੱਚ ਦੇਵੇ, ਜਾਂ ਜਿੰਨਾ ਇਹ ਤੇ ਉਹ ਬਣਿਆ ਉਹ ਚ ਪ੍ਰੋਫਿਟ ਜੋੜ ਕੇ ਦੇਵੇ, ਕਿਸ ਤਰੀਕੇ ਨਿਰਭਰ ਕਰਦਾ ਕਿ ਤੁਹਾਡਾ ਸਿਸਟਮ ਕੀ ਹੋਊਗਾ। ਦੇਖੋ 1950 ਵਿੱਚ ਦੋ ਸਿਸਟਮ ਸਭ ਤੋਂ ਜ਼ਿਆਦਾ ਪਪੂਲਰ ਸੀਗੇ ਦੁਨੀਆ ਵਿੱਚ, ਜਿਹਦੇ ਉੱਤੇ ਥੋੜੇ ਅਮਰੀਕਾ ਤੇ ਥੋੜਾ ਸੋਵੀਅਤ ਯੂਨੀਅਨ ਵੰਡਿਆ ਹੋਇਆ ਸੀ। ਪੂੰਜੀਵਾਦੀ ਆਰਥਿਕਤਾ ਤੇ ਦੂਜਾ ਕਮਿਊਨਿਸਟ ਆਰਥਿਕਤਾ। ਥੋੜਾ ਅਮਰੀਕਾ ਪੂੰਜੀਵਾਦੀ ਰਿਹਾ ਹਮੇਸ਼ਾ ਤੋਂ, ਅੱਜ ਵੀ ਉਹ ਪੂੰਜੀਵਾਦੀ ਹੈ। ਜਿਹੜਾ ਸੋਵੀਅਤ ਯੂਨੀਅਨ ਸੀਗਾ ਉਹ ਕਮਿਊਨਿਸਟ ਆਰਥਿਕਤਾ ਫੋਲੋ ਕਰਦਾ ਸੀ। ਆ ਪੂੰਜੀਵਾਦੀ ਆਰਥਿਕਤਾ ਕੀ ਹੁੰਦਾ ਹੈ, ਇਹਦੇ ਅੰਦਰ ਸਭ ਕੁਝ ਤੁਹਾਡਾ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਨਾ, ਨਿੱਜੀ ਸੈਕਟਰ ਜਿਹੜਾ ਹੈਗਾ, ਸਭ ਕੁਝ ਉਹ ਕੰਟਰੋਲ ਕਰਦਾ। ਦੇਖੋ ਤੁਹਾਡੀ ਇਕਨੋਮੀ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਜ਼ਮੀਨ, ਮਜ਼ਦੂਰ ਤੇ ਪੈਸਾ, ਪੂੰਜੀ। ਇਹ ਤਿੰਨ ਚੀਜ਼ਾਂ ਨਿਰਭਰ ਕਰਨ, ਮਤਲਬ ਇਹ ਤਿੰਨ ਚੀਜ਼ਾਂ ਦਾ ਕੰਟਰੋਲ ਕਿਹਦੇ ਕੋਲੇ ਆ, ਇਹ ਅਲਟੀਮੇਟਲੀ ਡਿਸਾਈਡ ਕਰਦਾ ਕਿ ਤੁਸੀਂ ਕਿਹੜਾ ਸਿਸਟਮ ਫੋਲੋ ਕਰ ਰਹੇ ਹੋ। ਦੇਖੋ ਜਿਹੜਾ ਪੂੰਜੀਵਾਦੀ ਅਮਰੀਕਾ ਦੇ ਅੰਦਰ ਕੀ ਹੈ, ਸਾਰੀ ਜ਼ਮੀਨ ਪ੍ਰਾਈਵੇਟ ਸੈਕਟਰ ਕੋਲੇ ਯਾਨੀ ਕਿ ਲੋਕਾਂ ਕੋਲੇ ਆ, ਲੋਕਾਂ ਕੋਲੇ ਹੈ, ਕੰਪਨੀਆਂ ਕੋਲੇ ਹੈ, ਸਾਰੀ ਜ਼ਮੀਨ ਪ੍ਰਾਈਵੇਟ ਸੈਕਟਰ ਕੋਲੇ ਹੈ, ਸਰਕਾਰ ਕੋਲੇ ਆਪਣੀ ਖੁਦ ਦੀ ਘੱਟ ਜ਼ਮੀਨ ਹੈ। ਫਿਰ ਜਿਹੜੇ ਮਜ਼ਦੂਰ ਹੈ, ਮਜ਼ਦੂਰ ਕਿਉਂਕਿ ਸਾਰੀ ਇੰਡਸਟਰੀਆਂ ਪ੍ਰਾਈਵੇਟ ਸੈਕਟਰ ਦੀਆਂ, ਸਭ ਕੁਝ ਪ੍ਰਾਈਵੇਟ ਸੈਕਟਰ 'ਚ ਬਣਿਆ ਹੋਇਆ ਹੈ, ਤਾਂ ਆਪਣੇ ਆਪ ਹੀ ਤੁਹਾਡੇ ਜਿਹੜੇ ਮਜ਼ਦੂਰ ਹੈ, ਜਿਹੜੇ ਤੁਹਾਡੇ ਵਰਕਰ ਹੈ, ਉਹ ਸਾਰੇ ਦੇ ਸਾਰੇ ਪ੍ਰਾਈਵੇਟ ਸੈਕਟਰ 'ਚ ਕੰਮ ਕਰ ਰਹੇ, ਉੱਥੇ ਸਰਕਾਰੀ ਮਜ਼ਦੂਰ ਨਹੀਂ ਹੈਗੇ, ਉੱਥੇ ਸਰਕਾਰੀ ਕੰਪਨੀਆਂ ਨਹੀਂ ਹੈਗੀਆਂ। ਤੇ ਤੀਜਾ ਜਿਹੜਾ ਪੂੰਜੀ ਹੈ, ਜਿਹੜੇ ਪੈਸਾ ਹੈ, ਪੈਸਾ ਵੀ ਫਿਰ ਲੋਕਾਂ ਕੋਲੇ ਹੀ ਹੈ, ਕੰਪਨੀਆਂ ਕੋਲੇ ਹੀ ਹੈ, ਉਹ ਜਿੱਦਾਂ ਲਗਾਉਣਾ ਚਾਹਣ ਆਪਣਾ ਪੈਸਾ ਉੱਥੇ ਲਗਾ ਸਕਦੇ ਆ, ਸਰਕਾਰ ਉਹਨੂੰ ਕਿਤੇ ਕੰਟਰੋਲ ਨਹੀਂ ਕਰਦੀ। ਤਾਂ ਹੀ ਜਿਹੜਾ ਇੱਕ ਤੁਸੀਂ ਕਈ ਮੂਵੀਜ਼ ਵਿੱਚ ਤੇ ਜਗ੍ਹਾ ਜਗ੍ਹਾ ਸੁਣਿਆ ਹੋਊਗਾ, ਅਮਰੀਕਨ ਡ੍ਰੀਮ ਕਰਕੇ ਇੱਕ ਚੀਜ਼ ਰੈਫਰ ਕੀਤੀ ਜਾਂਦੀ ਹੈ। ਅਮਰੀਕਨ ਡ੍ਰੀਮ ਦਾ ਬੇਸਿਕਲੀ ਮਤਲਬ ਕੀ ਹੁੰਦਾ ਹੈ, ਅਮਰੀਕਨ ਡ੍ਰੀਮ ਦਾ ਇਸ ਚੀਜ਼ ਤੋਂ ਇਹੀ ਮਤਲਬ ਹੈ ਕਿ ਤੁਸੀਂ ਐਜ਼ ਅ ਪ੍ਰਾਈਵੇਟ, ਮਤਲਬ ਤੁਸੀਂ ਜੋ ਇਕੱਲੇ ਬੰਦੇ ਵੀ ਹੋ ਚਾਹੇ ਜਾਂ ਤੁਸੀਂ ਫਰੈਂਡਸ ਹੋ, ਸਾਰੇ ਤੁਹਾਡਾ ਆਪਣਾ ਟੈਲੈਂਟ ਹੈ, ਤੁਹਾਡਾ ਆਪਣਾ ਪੈਸਾ ਹੈ, ਤੁਹਾਡੀ ਆਪਣੀ ਰਿਸੋਰਸਿਸ ਹੈ, ਤੁਸੀਂ ਆਪਣੀ ਜ਼ਿੰਦਗੀ ਨਾਲ ਜੋ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ, ਸਰਕਾਰ ਕਿਤੇ ਦਖਲਅੰਦਾਜ਼ੀ ਨਹੀਂ ਕਰੂਗੀ। ਇਸੇ ਦੇ ਕਰਕੇ ਜਿਹੜੀ ਵੱਡੀ ਵੱਡੀ ਫੈਕਟਰੀਆਂ ਤੇ ਦੁਨੀਆ ਦੇ ਈਵਨ ਸਭ ਤੋਂ ਅਮੀਰ ਲੋਕ ਆ ਉਹ ਅਮਰੀਕਾ ਤੋਂ ਨਿਕਲੇ ਆ। ਠੀਕ ਹੈ, ਗੂਗਲ ਹੋ ਗਈ, ਐਮਾਜ਼ਨ ਹੋ ਗਈ, ਮਾਈਕਰੋਸਾਫਟ ਹੋ ਗਈ, ਐਪਲ ਹੋ ਗਈ, ਇਹ ਜਿੰਨੀਆਂ ਕੰਪਨੀਆਂ ਇਹ ਸਾਰੀ ਅਮਰੀਕਾ ਦੀਆਂ, ਪਰ ਇਹ ਸਾਰੀਆਂ ਪ੍ਰਾਈਵੇਟ ਕੰਪਨੀਆਂ, ਇਹ ਲੋਕਾਂ ਨੇ ਬਣਾਈਆਂ, ਲੋਕਾਂ ਨੇ ਚਲਾਈਆਂ, ਲੋਕਾਂ ਨੇ ਆਪਣਾ ਪੈਸਾ ਲਗਾਇਆ, ਵਰਕਰ ਵੀ ਸਾਰੇ ਪ੍ਰਾਈਵੇਟ ਹੈ। ਸਰਕਾਰ ਉੱਥੇ ਕੁਝ ਨਹੀਂ ਕਰਦੀ, ਸਰਕਾਰ ਸਿਰਫ ਟੈਕਸ ਲਗਾਉਂਦੀ ਹੈ ਤੇ ਬੇਸਿਕ ਰਿਸੋਰਸਿਸ ਦਿੰਦੀ ਹੈ ਬਸ। ਠੀਕ ਹੈ, ਸਾਰਾ ਕੁਝ ਪ੍ਰਾਈਵੇਟ ਸੈਕਟਰ ਦੇ ਉੱਤੇ ਹੈ। ਤੇ ਜਿਹੜਾ ਬੰਦਾ ਖਰੀਦ ਸਕਦਾ, ਹੁਣ ਫਿਰ ਇਹ ਚ ਹੁੰਦਾ ਕੀ ਹੈ, ਜਿਹੜਾ ਬੰਦਾ ਖਰੀਦ ਸਕਦਾ ਹੈ ਉਹ ਬੰਦਾ ਖਰੀਦ ਲੇ। ਠੀਕ ਹੈ, ਸਰਕਾਰ ਕਿਤੇ ਡਿਸਾਈਡ ਨਹੀਂ ਕਰਦੀ ਕਿ ਕਿਸ ਤਰੀਕੇ ਨਾਲ, ਹਰੇਕ ਬੰਦੇ ਦੀ ਖਰੀਦਣ ਦੀ ਆਪਣੀ ਸ਼ਕਤੀ ਹੈ ਕਿ ਜੇ ਪੈਸੇ ਹੈਗੇ ਹੈ ਤੁਸੀਂ ਲੈ ਸਕਦੇ ਹੋ, ਜੇ ਨਹੀਂ ਹੈਗੇ ਤਾਂ ਤੁਸੀਂ ਨਹੀਂ ਲੈ ਸਕਦੇ। ਠੀਕ ਹੈ, ਤਾਂ ਹਰ ਬੰਦਾ ਉੱਥੇ ਆਪਣੀ ਖੁਦ ਦੀ ਮਰਜ਼ੀ ਦਾ ਮਾਲਿਕ ਹੈ ਕਿ ਉਹ ਜ਼ਿੰਦਗੀ 'ਚ ਕੀ ਕੰਮ ਕਰਨਾ ਚਾਹੁੰਦਾ ਹੈ ਤੇ ਉਹ ਆਪਣਾ ਗੁਜ਼ਾਰਾ ਕਿੱਦਾਂ ਕਰਨਾ ਚਾਹੁੰਦਾ, ਸਰਕਾਰ ਦੀ ਉੱਥੇ ਕੋਈ ਜ਼ਿੰਮੇਵਾਰੀ ਨਹੀਂ। ਜਿਹੜੀ ਕਮਿਊਨਿਸਟ, ਜਿਹੜੀ ਸੋਵੀਅਤ ਯੂਨੀਅਨ ਦੀ ਹੁਣ ਸਰਕਾਰ ਸੀਗੀ, ਸੋਵੀਅਤ ਯੂਨੀਅਨ ਸੀ, ਉੱਥੇ ਜ਼ਮੀਨ ਵੀ ਸਾਰਾ ਕੁਝ, ਜ਼ਮੀਨ ਵੀ ਸਰਕਾਰੀ ਸੀਗੀ ਸਾਰੀ ਦੀ ਸਾਰੀ, ਜਿਵੇਂ ਖੇਤ ਹੈ, ਖੇਤ ਵੀ ਸਰਕਾਰ ਦੇ ਹੋਣਗੇ, ਬਾਕੀ ਸਾਰੀ ਜ਼ਮੀਨ ਸਰਕਾਰ ਦੀ ਹੋਊਗੀ, ਕਿਸੇ ਦਾ ਕੋਈ ਪ੍ਰਾਈਵੇਟ ਜ਼ਮੀਨ ਹੋ ਹੀ ਨਹੀਂ ਸਕਦੀ। ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਘਰ ਖੇਤ ਹੈ, ਤੁਹਾਡੇ ਆਪਣੇ ਹੈ, ਇਦਾਂ ਦਾ ਕਨਸੈਪਟ ਨਹੀਂ ਸੀ। ਹਰ ਬੰਦੇ ਦਾ ਉੱਥੇ ਕੋਈ ਜ਼ਮੀਨ ਕੁਝ ਨਹੀਂ ਸੀ, ਸਭ ਕੁਝ ਸਰਕਾਰ ਦਾ। ਜਿਹੜੇ ਖੇਤ ਵੀ ਹੈ ਸਰਕਾਰ ਦੇ, ਫਸਲਾਂ ਸਰਕਾਰ ਦੀਆਂ, ਮਜ਼ਦੂਰ ਸਰਕਾਰੀ, ਯਾਨੀ ਕਿ ਤੁਸੀਂ ਸੋਵੀਅਤ ਯੂਨੀਅਨ ਜੇ ਰਹਿੰਦੇ ਹੋ, ਜੇ ਤੁਹਾਨੂੰ ਕੰਮ ਚਾਹੀਦਾ
ਤੁਹਾਨੂੰ ਕੁਝ ਨਹੀਂ ਕਰਨਾ, ਤੁਹਾਨੂੰ ਸਰਕਾਰੀ ਆਫਿਸ ਜਾ ਕੇ ਐਪਲੀਕੇਸ਼ਨ ਫਿਲ ਕਰਨੀ ਹੈ ਕਿ ਮੈਨੂੰ ਨੌਕਰੀ ਚਾਹੀਦੀ ਹੈ। ਹੁਣ ਸਰਕਾਰ ਭਾਵੇਂ ਤੁਹਾਨੂੰ ਖੇਤ ਵਿੱਚ ਲਗਾਵੇ, ਕਿਸੇ ਫੈਕਟਰੀ ਵਿੱਚ ਲਗਾ, ਕੋਈ ਵਸ ਨਹੀਂ ਹੈ ਕਿ ਮੈਂ ਆਹ ਕੰਮ ਨਹੀਂ ਕਰਨਾ ਚਾਹੁੰਦਾ। ਤੁਸੀਂ ਕੰਮ ਚਾਹੁੰਦੇ ਹੋ, ਸਰਕਾਰ ਕੰਮ ਦਊਗੀ, ਪਰ ਸਰਕਾਰ ਦੀ ਮਰਜ਼ੀ ਹੈ ਸਰਕਾਰ ਨੂੰ ਕੀ ਕੰਮ ਠੀਕ ਲੱਗਦਾ। ਤੇ ਤੀਜੀ ਚੀਜ਼ ਹੈ ਪੂੰਜੀ। ਸਾਰਾ ਪੈਸਾ ਵੀ ਸਰਕਾਰ ਦਾ ਹੋਊਗਾ। ਸਰਕਾਰ ਕੋਸ਼ਿਸ਼ ਕਰੂਗੀ ਕਿ ਸਾਰਿਆਂ 'ਚ ਪੈਸਾ ਬਰਾਬਰ ਦਾ ਵੰਡਿਆ ਜਾਵੇ ਤਾਂ ਕਿ ਲੋਕਾਂ ਵਿੱਚ ਫਰਕ ਨਾ ਹੋਵੇ। ਠੀਕ ਹੈ, ਤਾਂ ਇਸੇ ਕਾਰਨ ਹੁਣ ਇਹ ਦੋਨਾਂ ਵਿੱਚ ਫਰਕ ਇੱਥੇ ਹੀ ਆਉਂਦਾ ਹੈ। ਦੇਖੋ, ਜਿਹੜਾ ਪੂੰਜੀਵਾਦੀ ਇਹ ਤੁਹਾਨੂੰ ਆਜ਼ਾਦੀ ਦਿੰਦਾ ਹੈ। ਤੁਸੀਂ ਜ਼ਿੰਦਗੀ ਵਿੱਚ ਜੋ ਕਰਨਾ ਚਾਹੁੰਦੇ ਹੋ, ਜਿਸ ਪਾਸੇ ਜਾਣਾ ਚਾਹੁੰਦੇ ਹੋ, ਤੁਸੀਂ ਜਾ ਸਕਦੇ ਹੋ, ਪੂਰੀ ਆਜ਼ਾਦੀ ਹੈ ਤੁਹਾਨੂੰ। ਤਾਂ ਜਿਹੜਾ ਲੋਕਤੰਤਰ ਹੈ ਉਹਦੇ ਮੁਤਾਬਿਕ ਤਾਂ ਆਜ਼ਾਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਥੇ ਫਿਰ ਸਰਕਾਰ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨਾਲ ਕੁਝ ਕਰ ਪਾਉਂਦੇ ਹੋ ਜਾਂ ਨਹੀਂ ਕਰ ਪਾਉਂਦੇ ਹੋ। ਇਸ ਸਰਕਾਰ ਤੇ ਕੁਝ ਨਹੀਂ ਹੈ। ਕਮਿਊਨਿਸਟ ਵਿੱਚ ਆਜ਼ਾਦੀ ਕੋਈ ਨਹੀਂ ਹੈ, ਜੋ ਸਰਕਾਰ ਨੇ ਕਹਿਤਾ ਉਹੀ ਕਰਨਾ ਪਊਗਾ। ਪਰ ਸਰਕਾਰ ਇੱਕ ਇਦਾਂ ਦਾ ਸਮਾਜ ਬਣਾਉਣ ਦੀ ਕੋਸ਼ਿਸ਼ ਕਰੂਗੀ ਜਿੱਥੇ ਹਰ ਬੰਦਾ ਬਰਾਬਰ ਹੋਵੇ ਤੇ ਹਰ ਬੰਦੇ ਨੂੰ ਜਿਹੜੀ ਬੇਸਿਕ ਜ਼ਰੂਰਤਾਂ ਉਹਦੀਆਂ ਘੱਟੋ ਘੱਟ ਉਹ ਉਹਦੀਆਂ ਪੂਰੀਆਂ ਹੋ ਰਹੀਆਂ ਹੋਣ। ਠੀਕ ਹੈ, ਤਾਂ ਹੁਣ ਇਹ ਤੁਹਾਡੇ ਉੱਤੇ, ਤੁਸੀਂ ਇਹਨਾਂ ਵਿੱਚੋਂ ਕਿਹੜੇ ਸਿਸਟਮ ਨੂੰ ਜ਼ਿਆਦਾ ਪ੍ਰੈਫਰ ਕਰਦੇ ਹੋ? ਕਿ ਤੁਸੀਂ ਪ੍ਰੈਫਰ ਕਰਦੇ ਹੋ ਕਿ ਆਜ਼ਾਦੀ ਹੋਣੀ ਚਾਹੀਦੀ ਹੈ ਜਾਂ ਲੋਕਾਂ ਦੀਆਂ ਬੇਸਿਕ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ, ਚਾਹੇ ਆਜ਼ਾਦੀ ਮਿਲੇ ਨਾ ਹੋਵੇ? ਹੁਣ ਦੇਖੋ, ਭਾਰਤ ਦੇ ਅੱਗੇ ਜੋ ਸਵਾਲ ਸੀ, ਆਪਾਂ ਦੋਨੋਂ ਚੀਜ਼ਾਂ ਆਪਣੇ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਕਿ ਲੋਕਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ, ਜਿਹੜੀਆਂ ਉਹਨਾਂ ਦੇ ਮੌਲਿਕ ਜ਼ਰੂਰਤਾਂ, ਕਿ ਬਸ ਰੋਟੀ, ਕੱਪੜਾ, ਮਕਾਨ, ਇਦਾਂ ਦੀਆਂ ਚੀਜ਼ਾਂ ਤਾਂ ਪੂਰੀਆਂ ਹੋ ਜਾਣ। ਤੇ ਦੂਜੇ ਪਾਸੇ ਪਰ ਆਪਾਂ ਲੋਕਤੰਤਰ ਬਣਨਾ ਸੀ ਤਾਂ ਆਜ਼ਾਦੀ ਵੀ ਦੇਣੀ ਜ਼ਰੂਰੀ ਹੈ। ਆਪਾਂ ਜਿਹੜਾ ਸਿਸਟਮ ਬਣਾਇਆ, ਹੁਣ ਆਪਾਂ ਸਮਾਜਵਾਦੀ ਆਰਥਿਕ ਚਾਰੇ ਵੀ ਕਹਿੰਦੇ ਆ ਜਾਂ ਮਿਸ਼ਰਿਤ ਆਰਥਿਕਤਾ ਵੀ ਕਹਿੰਦੇ ਆ। ਮਿਸ਼ਰਿਤ ਦਾ ਮਤਲਬ ਹੁੰਦਾ ਮਿਕਸਡ। ਆਪਣੇ ਇੱਥੇ ਜਦੋਂ ਆਪਾਂ ਆਪਣਾ ਸਿਸਟਮ ਬਣਾਇਆ, ਆਪਾਂ ਸਰਕਾਰੀ ਤੇ ਨਿੱਜੀ ਖੇਤਰ ਦੋਨਾਂ ਨੂੰ ਰੱਖਣ ਦਾ ਫੈਸਲਾ ਕੀਤਾ। ਆਪਣੇ ਇੱਥੇ ਦੋਨਾਂ ਨੇ ਮਿਲ ਕੇ ਇਹ ਤਿੰਨੋਂ ਸਵਾਲਾਂ ਦਾ ਜਵਾਬ ਤਿਆਰ ਕਰਨਾ ਸੀ। ਕੀ ਪੈਦਾ ਕਰਨਾ ਹੈ, ਕਿਵੇਂ ਪੈਦਾ ਕਰਨਾ ਹੈ ਤੇ ਕਿਵੇਂ ਵੰਡਣਾ ਹੈ। ਠੀਕ ਹੈ, ਆਪਣੇ ਇੱਥੇ ਜਿਹੜਾ ਆਪਣਾ ਸਵਾਲ ਦਾ ਜਵਾਬ ਤਿਆਰ ਕੀਤਾ ਉਹ ਚੀਜ਼ ਸੀ ਕਿ ਦੇਖੋ, ਸਰਕਾਰ ਹਰ ਉਹ ਬੇਸਿਕ ਜ਼ਰੂਰਤ ਜਿਹੜੀ ਇਹ ਤਿੰਨਾਂ ਚੀਜ਼ਾਂ ਦੀ ਹੈ, ਜਿਵੇਂ ਹੁਣ ਬੰਦੇ ਨੂੰ ਸਾਬਣ ਚਾਹੀਦਾ, ਇੱਕ ਐਗਜ਼ਾਮਪਲ ਦੇਣਾ ਕਿ ਸਾਬਣ ਹਰ ਬੰਦੇ ਦੀ ਜ਼ਰੂਰਤ ਹੈ, ਨਹਾਣਾ ਹੈ, ਕੱਪੜੇ ਧੋਣੇ, ਕੁਝ ਵੀ ਹੈ। ਸਾਬਣ ਸਰਕਾਰ ਵੀ ਤਿਆਰ ਕਰ ਦੂਗੀ। ਸਰਕਾਰ ਆਪਣੀ ਫੈਕਟਰੀ ਲਗਾਊਗੀ, ਸਾਬਣ ਤਿਆਰ ਕਰਵਾਉਣੇ ਸ਼ੁਰੂ ਕਰ ਦੂਗੀ ਤੇ ਸਾਬਣ ਵੰਡਣੇ ਸ਼ੁਰੂ ਕਰ ਦੂਗੀ। ਹੁਣ ਜਿਹੜੇ ਸਰਕਾਰ ਸਾਬਣ ਤਿਆਰ ਕਰ ਰਹੀ ਹੈ, ਜ਼ਰੂਰੀ ਨਹੀਂ ਹੈ ਕਿ ਉਹਦੀ ਕੋਈ ਚੰਗੀ ਕੋਈ ਪੈਕਿੰਗ ਕਰੇ। ਸ਼ਾਇਦ ਅਖਬਾਰ ਵਿੱਚ ਬਸ ਲਪੇਟ ਕੇ ਵੰਡੀ ਜਾ ਰਹੀ ਹੈ ਸਰਕਾਰ, ਤੇ ਉਹਦੇ ਬਦਲੇ ਪੈਸੇ ਲੈ ਰਹੀ ਹੈ, ਲੈਟਸ ਸਪੋਜ਼ 1 ਰੁਪਇਆ 2 ਰੁਪਇਆ। ਠੀਕ ਹੈ, ਬਸ ਜਿੰਨੀ ਕਾਸਟ ਆ ਰਹੀ ਹੈ ਸਰਕਾਰ ਉਨੇ ਪੈਸੇ ਲੈ ਰਹੀ ਹੈ। ਉਹੀ ਦੂਜੇ ਪਾਸੇ ਜਿਹੜਾ ਨਿੱਜੀ ਖੇਤਰ ਹੈ, ਉਹਨਾਂ ਨੇ ਸਾਬਣ ਤਿਆਰ ਕੀਤਾ, ਪ੍ਰੋਪਰ ਇੱਕ ਪੋਲੀਥੀਨ ਚ ਪੈਕ ਕੀਤਾ, ਫਿਰ ਉਹਦੇ ਉੱਤੇ ਦੂਜਾ ਡੱਬਾ ਲਾਇਆ, ਫਿਰ ਉਹਦੇ ਉੱਤੇ ਕਿਸੇ ਫਿਲਮ ਸਟਾਰ ਦੀ ਸਪਾਂਸਰਸ਼ਿਪ ਨਾਲ ਫੋਟੋ ਲਗਾਈ। ਉਹੀ 5 ਰੁਪਏ ਦਾ ਸਾਬਣ ਵੀ ਅਵੇਲੇਬਲ ਹੈ ਤੇ ਉਹੀ ਸ਼ਾਇਦ 50 ਰੁਪਏ ਦਾ ਵੀ ਸਾਬਣ ਅਵੇਲੇਬਲ ਹੈ। ਹੁਣ ਇਹ ਦੋਨੋਂ ਸਾਬਣ ਅਵੇਲੇਬਲ ਹੈ। ਹੁਣ ਜਿਹੜਾ ਬੰਦੇ ਨੂੰ ਤਾਂ ਸਿਰਫ ਬੇਸਿਕ ਜ਼ਰੂਰਤਾਂ ਲਈ ਚੀਜ਼ ਚਾਹੀਦੀ ਹੈ, ਉਹ ਸਰਕਾਰ ਤੋਂ ਲੈ ਲੇ। ਜਿਹੜੇ ਬੰਦੇ ਕੋਲੇ ਪੈਸੇ ਹੈਗੇ ਆ ਤੇ ਉਹ ਦੂਜੀ ਫੈਸਿਲਿਟੀ ਚਾਹੁੰਦਾ, ਉਹ ਨਿੱਜੀ ਸੈਕਟਰ ਤੋਂ ਲੈ। ਤਾਂ ਜਿਹੜੀ ਲਗਜ਼ਰੀ ਦੀਆਂ ਚੀਜ਼ਾਂ ਉਹ ਆਪਾਂ ਨਿੱਜੀ ਸੈਕਟਰ ਤੇ ਛੱਡਤੀਆਂ। ਬੇਸਿਕ ਸਹੂਲਤਾਂ ਸਰਕਾਰ ਵੀ ਦੇਣ ਨੂੰ ਤਿਆਰ ਹੈ। ਜਿਵੇਂ ਸਕੂਲ ਹੋ ਗਏ, ਸਰਕਾਰੀ ਸਕੂਲ ਵੀ ਹੈਗੇ, ਪ੍ਰਾਈਵੇਟ ਸਕੂਲ ਵੀ ਹੈ। ਐਜੂਕੇਸ਼ਨ ਤਾਂ ਦੋਨਾਂ 'ਚ ਹੀ ਮਿਲ ਰਹੀ ਹੈ। ਹੁਣ ਇੱਕ ਪਾਸੇ ਚਲੋ ਚਾਹੇ ਪ੍ਰੋਪਰ ਬੈਂਚ ਨਾ ਹੋਣ ਜਾਂ ਤੁਹਾਡੇ ਪੱਖੇ ਦੀ ਕਮੀ ਹੈ, ਇਨਫਰਾਸਟ੍ਰਕਚਰ ਦੀ ਕਮੀ ਹੈ, ਪਰ ਪੜ੍ਹਾਈ ਜੋ ਮੇਨ ਚੀਜ਼ ਹੈ ਉਹ ਤਾਂ ਮਿਲ ਰਹੀ ਹੈ ਨਾ। ਦੂਜੇ ਪਾਸੇ ਏਸੀ ਰੂਮਸ ਹੋ ਗਏ, ਉਹ ਹੋ ਗਏ, ਜਿਹੜਾ ਬੰਦਾ ਅਫੋਰਡ ਕਰ ਸਕਦਾ ਉਹ ਲੈ ਲੇ। ਪਰ ਮੇਨ ਚੀਜ਼ ਤਾਂ ਐਜੂਕੇਸ਼ਨ ਦੇਣਾ ਹੈ ਨਾ। ਉਹੀ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਹੋ ਗਈਆਂ। ਖੈਰ ਕਈ ਜਗ੍ਹਾਵਾਂ ਤੇ ਸਰਕਾਰੀ ਬੱਸਾਂ ਹੀ ਜ਼ਿਆਦਾ ਬੈਟਰ ਹੈ, ਪਰ ਸਟਿਲ ਮਤਲਬ ਹਰ ਰਿਸੋਰਸ ਦੋਨੋਂ ਸੈਕਟਰ ਵਿੱਚ ਅਵੇਲੇਬਲ ਹੈ। ਉਹ ਇਸੇ ਲਈ ਹੈ ਕਿ ਆਪਾਂ ਬੇਸਿਕਸ ਸਹੂਲਤਾਂ ਸਰਕਾਰ ਨੇ ਕਿਹਾ ਅਸੀਂ ਵੀ ਦੇ ਦਿੰਦੇ ਹਾਂ, ਪਰ ਜਿਹੜੀ ਲਗਜ਼ਰੀ ਹੈ, ਜਿਹੜਾ ਬੰਦਾ ਉਸ ਤੋਂ ਬਾਅਦ ਅਫੋਰਡ ਕਰ ਪਾਊਗਾ, ਉਹ ਨਿੱਜੀ ਖੇਤਰ ਤੇ ਛੱਡ ਦੀ। ਤੇ ਸਰਕਾਰ ਦਾ ਲੌਂਗ ਟਰਮ ਪਲਾਨ ਇਹ ਸੀ, ਜਿਵੇਂ ਜਿਵੇਂ ਲੋਕਾਂ ਦੀ ਕੈਪੈਸਿਟੀ, ਖਰੀਦਣ ਦੀ ਕੈਪੈਸਿਟੀ ਵੱਧਦੀ ਜਾਊਗੀ ਤੇ ਸਰਕਾਰ ਦੀ ਜ਼ਰੂਰਤ ਘੱਟ ਪੈਂਦੀ ਜਾਊਗੀ, ਸਰਕਾਰ ਆਪਣੀ ਚੀਜ਼ਾਂ ਨੂੰ ਵੇਚਦੀ ਜਾਊਗੀ ਤੇ ਸਭ ਕੁਝ ਪ੍ਰਾਈਵੇਟ ਸੈਕਟਰ ਦੇ ਹਵਾਲੇ ਕਰਦੀ ਜਾਊਗੀ, ਜੋ ਹੁਣੇ ਆਪਾਂ ਜਿਵੇਂ ਕਰ ਰਹੇ ਹਾਂ। ਠੀਕ ਹੈ, ਹਜੇ ਵੀ ਆਪਾਂ ਸਾਰੀਆਂ ਚੀਜ਼ਾਂ ਸਰਕਾਰ ਲਗਾਤਾਰ ਕੰਪਨੀਆਂ ਵੇਚੀ ਜਾ ਰਹੀ, ਉਹ ਇਸ ਲਈ ਕਰ ਰਹੀ ਹੈ ਜਿਵੇਂ ਜਿਵੇਂ ਲੋਕਾਂ ਦੀ ਖਰੀਦਣ ਦੀ ਕੈਪੈਸਿਟੀ ਵੱਧ ਰਹੀ ਹੈ ਤੇ ਪ੍ਰਾਈਵੇਟ ਸੈਕਟਰ ਥੋੜੀਆਂ ਜਿਹੀਆਂ ਸਸਤੀਆਂ ਚੀਜ਼ਾਂ ਬਣਾ ਪਾ ਰਹੇ ਆ। ਠੀਕ ਹੈ, ਕਿਉਂਕਿ ਅਸੀਂ ਪ੍ਰਾਈਵੇਟ ਸੈਕਟਰ ਇਦਾਂ ਨਹੀਂ ਹੁੰਦਾ ਕਿ ਹਮੇਸ਼ਾ ਹੀ ਮਹਿੰਗਾ ਹੁੰਦਾ। ਆਪਣੇ ਭਾਰਤ ਵਿੱਚ ਪ੍ਰਾਈਵੇਟ ਸੈਕਟਰ ਨੂੰ ਲੈ ਕੇ ਇੱਕ ਬਹੁਤ ਵੱਡਾ ਡਾਊਟ ਰਹਿੰਦਾ ਕਿ ਪ੍ਰਾਈਵੇਟ ਸੈਕਟਰ ਲੁੱਟੀ ਮਚਾ ਕੇ ਬੈਠਾ ਹੈ। ਪ੍ਰਾਈਵੇਟ ਸੈਕਟਰ ਜਦ ਵੀ ਕੰਪੀਟੀਸ਼ਨ ਪੈਦਾ ਹੁੰਦਾ, ਦੇਖੋ ਜਿੱਥੇ ਸਰਕਾਰ ਕੰਮ ਕਰਦੀ ਹੈ, ਜੇ ਸਰਕਾਰ ਕੱਲੀ ਕੰਮ ਕਰ ਰਹੀ ਹੈ, ਜਿੱਦਾਂ ਮਰਜ਼ੀ ਦੀ ਫੈਸਿਲਿਟੀ ਦੇਵੇ,
ਉਹੀ ਹੈ, ਲੈਣੀ ਪਊਗੀ, ਕੋਈ ਆਪਸ਼ਨ ਨਹੀਂ ਹੈ। ਪ੍ਰਾਈਵੇਟ ਸੈਕਟਰ ਦਾ ਇਹ ਫਾਇਦਾ ਹੁੰਦਾ ਕਿ ਜਦੋਂ ਲੋਕ ਕੰਪੀਟੀਸ਼ਨ ਵਿੱਚ ਉਤਰਦੇ, ਜਿਵੇਂ ਜਦੋਂ ਜੀਓ ਲਾਂਚ ਹੋਇਆ, ਸਡਨਲੀ ਤੁਹਾਡੇ ਸਾਰੇ ਫੋਨ ਦੇ ਪ੍ਰਾਈਸਿਸ ਜਿਹੜੇ ਪਲਾਨ ਆ ਉਹ ਡ੍ਰੌਪ ਕਰ ਗਏ। ਪਹਿਲਾਂ ਮਿਸ ਕਾਲ ਦਾ ਜ਼ਮਾਨਾ ਸੀ, ਉਹ ਖਤਮ ਹੀ ਹੋ ਗਿਆ। ਕਿਉਂ? ਕਿਉਂਕਿ ਆਪਸ ਕੰਪੀਟੀਸ਼ਨ 'ਚ ਲੱਗ ਗਏ। ਕੰਪੀਟੀਸ਼ਨ ਦੇ ਚੱਲਦੇ ਹੋਏ ਚੀਜ਼ਾਂ ਇੰਨੀਆਂ ਸਸਤੀਆਂ ਹੋ ਗਈਆਂ ਕਿ ਲੋਕਾਂ ਨੇ ਪਲਾਨ ਹੀ ਤਾਂ ਇੰਟਰਨੈਟ ਆਪਾਂ ਭਾਰਤ ਸਭ ਤੋਂ ਜ਼ਿਆਦਾ ਯੂਜ਼ ਕਰਦਾ ਦੁਨੀਆ ਵਿੱਚ, ਉਹ ਇਸੇ ਲਈ ਕਰਦਾ ਕਿਉਂਕਿ ਪ੍ਰਾਈਵੇਟ ਸੈਕਟਰ 'ਚ ਆਪਸ ਜੋ ਕੰਪੀਟੀਸ਼ਨ ਕ੍ਰੀਏਟ ਹੋਇਆ। ਠੀਕ ਹੈ, ਤਾਂ ਪ੍ਰਾਈਵੇਟ ਸੈਕਟਰ ਪਰ ਕੰਪੀਟੀਸ਼ਨ ਬਹੁਤ ਜ਼ਰੂਰੀ ਹੁੰਦਾ। ਜੇ ਇੱਕ ਬੰਦੇ ਦਾ ਹੋਲਡ ਬਣ ਜੇ ਫਿਰ ਦੁਆਰਾ ਤੋਂ ਪ੍ਰਾਈਵੇਟ ਸੈਕਟਰ ਦਾ ਫਿਰ ਜਾਂਦਾ ਪ੍ਰਾਈਵੇਟ ਸੈਕਟਰ ਲੁੱਟ ਵੱਲ। ਹੁਣ ਦੇਖੋ, ਜਦੋਂ ਆਪਾਂ ਮਿਸ਼ਰਿਤ ਆਰਥਿਕ ਸਿਸਟਮ ਬਣਾਇਆ, ਇਹ 'ਚ ਸਰਕਾਰ ਨੇ ਕੁਝ ਜ਼ਿੰਮੇਵਾਰੀਆਂ ਲੈ ਲਈਆਂ ਤੇ ਬਾਕੀ ਨਿੱਜੀ ਸੈਕਟਰ 'ਤੇ ਛੱਡਤੀਆਂ। ਦੇਖੋ, ਸਟਾਰਟਿੰਗ ਵਿੱਚ ਸਰਕਾਰ ਨੇ ਨਾ ਸਭ ਕੁਝ ਨਿੱਜੀ ਸੈਕਟਰ ਨੂੰ ਨਹੀਂ ਕਰਨ ਦਿੱਤਾ ਸੀ। ਸਰਕਾਰ ਨੇ ਨਾ 2 ਲਿਸਟ ਬਣਾ ਲਈ, ਇੱਕ ਉਹਨੂੰ ਆਪਾਂ ਜਿਵੇਂ ਰਕਮੀ ਲਿਸਟ ਕਵਾਂਗੇ ਤੇ ਦੂਜੀ ਟ੍ਰਾਂਸਫਰ ਕੀਤੀ ਲਿਸਟ ਕਵਾਂਗੇ। ਰਕਮੀ ਲਿਸਟ ਵਿੱਚ ਜੋ ਚੀਜ਼ਾਂ ਦੇ ਨਾਮ ਲਿਖੇ ਹੀ ਕੰਪਨੀਆਂ ਖੋਲ ਸਕਦੀ ਹੈ, ਪ੍ਰਾਈਵੇਟ ਸੈਕਟਰ ਨਹੀਂ ਖੋਲ ਸਕਦਾ। ਜਿੱਥੇ ਸਰਕਾਰ ਨੂੰ ਲੱਗਦਾ ਸੀ ਨਾ ਕਿ ਦੇਖੋ ਇੱਥੇ ਜੇ ਪ੍ਰਾਈਵੇਟ ਕੰਪਨੀਆਂ ਖੁੱਲਣ ਲੱਗੀਆਂ, ਜਿਹੜੇ ਬੰਦਿਆਂ ਨੇ ਖੋਲੀਆਂ ਉਹ ਬੰਦੇ ਬਹੁਤ ਜ਼ਿਆਦਾ ਅਮੀਰ ਹੋ ਜਾਣਗੇ ਤੇ ਸਮਾਜ ਵਿੱਚ ਫਰਕ ਬਹੁਤ ਜ਼ਿਆਦਾ ਵੱਡਾ ਹੋ ਜਾਊਗਾ। ਉਹ ਸਾਰੀਆਂ ਚੀਜ਼ਾਂ ਸਰਕਾਰ ਨੇ ਕਿਹਾ ਅਸੀਂ ਕਰਾਂਗੇ। ਮੋਨੋਪੋਲੀ ਰੱਖ ਲਈ ਸਰਕਾਰ ਨੇ ਕਿ ਸਿਰਫ ਤੇ ਸਿਰਫ ਸਾਡੀਆਂ ਕੰਪਨੀਆਂ ਹੋ ਸਕਦੀਆਂ, ਹੋਰ ਕੋਈ ਨਹੀਂ ਹੋ ਸਕਦਾ। ਇਹ 1950 ਦੀ ਗੱਲ ਕਰ ਰਹੇ ਹਾਂ, ਉਸ ਟਾਈਮ ਤੋਂ ਲੈ ਕੇ 1990 ਤੱਕ। ਠੀਕ ਹੈ, ਸਰਕਾਰ ਨੇ ਇਦਾਂ ਦਾ ਸਿਸਟਮ ਚਲਾਇਆ ਸੀ। ਟ੍ਰਾਂਸਫਰ ਲਿਸਟ ਵਿੱਚ ਜਿਹੜੇ ਕੰਮ ਪ੍ਰਾਈਵੇਟ ਸੈਕਟਰ ਕਰ ਸਕਦਾ ਹੈ ਉਹ ਲਿਸਟ ਦਿੱਤੀ ਗਈ, ਪਰ ਇਹ ਲਿਸਟ ਬਹੁਤ ਹੀ ਛੋਟੀ ਸੀ, ਜ਼ਿਆਦਾਤਰ ਕੰਮ ਸਰਕਾਰ ਨੇ ਆਪਣੇ ਉੱਤੇ ਲੈ ਲਏ। ਠੀਕ ਹੈ, ਹੁਣ ਇਹਦੇ ਲਈ ਤੁਹਾਡੇ PSU ਜਿਹੜੇ ਤੁਹਾਡੇ ਪਬਲਿਕ ਸੈਕਟਰ ਅੰਡਰਟੇਕਿੰਗ ਜਿਹੜੀਆਂ ਕੰਪਨੀਆਂ, ਸਰਕਾਰੀ ਕੰਪਨੀਆਂ ਉਹ ਬਣਾਈਆਂ ਗਈਆਂ ਤੇ ਉਹਨਾਂ ਨੂੰ ਆਪਾਂ ਮੰਨ ਕੇ ਚੱਲੇ ਕਿ ਇਹੀ ਆਪਣਾ ਵਿਕਾਸ ਕਰਵਾਉਣਗੇ ਭਾਰਤ ਦੇ। ਠੀਕ ਹੈ, ਹੁਣ ਨਿੱਜੀ ਸੈਕਟਰ ਨੂੰ ਥੋੜਾ ਜਿਹਾ ਹੋਰ ਮੁਸ਼ਕਿਲ ਭਾਰਤ ਵਿੱਚ ਬਣਾ ਦਿੱਤਾ ਗਿਆ ਕਿ ਹਰ ਬੰਦਾ ਕੰਮ ਆਸਾਨੀ ਨਾਲ ਵੀ ਨਾ ਕਰ ਸਕੇ। ਦੇਖੋ, ਪ੍ਰਾਈਵੇਟ ਸੈਕਟਰ ਦੀ ਆਪਾਂ ਗਰੋਥ ਜਾਣਬੁੱਝ ਕੇ ਰੋਕ ਕੇ ਰੱਖੀ। ਇਹਦੇ ਲਈ ਕੀ ਹੁੰਦਾ ਸੀ, ਜੇ ਹੁਣ ਪ੍ਰਾਈਵੇਟ ਸੈਕਟਰ 'ਚ ਕਿਸੇ ਬੰਦੇ ਨੇ ਕੰਮ ਕਰਨਾ ਹੈ, ਉਹ ਲਾਇਸੈਂਸ ਲੈਣਾ ਪੈਂਦਾ ਸੀ ਉਹਨੂੰ। ਲਾਇਸੈਂਸ ਕੀ ਹੁੰਦਾ? ਦੇਖੋ, ਇਦਾਂ ਨਹੀਂ ਸੀ ਕਿ ਕੋਈ ਵੱਡੀ ਫੈਕਟਰੀ ਖੋਲਣ ਲਈ ਲਾਇਸੈਂਸ ਚਾਹੀਦਾ। ਜੇ ਉਸ ਜ਼ਮਾਨੇ 'ਚ ਕਿਸੇ ਨੂੰ ਕੋਈ ਕਰਿਆਨੇ ਦੀ ਵੀ ਦੁਕਾਨ ਖੋਲਣੀ ਹੈ ਨਾ, ਉਹਨੂੰ ਲਾਇਸੈਂਸ ਲੈਣਾ ਪੈਂਦਾ ਸੀ। ਹੁਣ ਕਰਿਆਨੇ ਦੀ ਦੁਕਾਨ 'ਚ ਇਦਾਂ ਦਾ ਤਾਂ ਕੁਝ ਨਹੀਂ ਹੈ, ਠੀਕ ਹੈ, ਚੀਜ਼ਾਂ ਹੀ ਵੇਚ ਰਹੇ ਆ। ਪਰ ਹਰ ਬੰਦਾ, ਤਾਂ ਕਿ ਪ੍ਰਾਈਵੇਟ ਸੈਕਟਰ ਨਾ ਜ਼ਿਆਦਾ ਗਰੋ ਕਰ ਪਾਵੇ, ਸਰਕਾਰ ਨੇ ਜਾਣਬੁੱਝ ਕੇ ਉਹਨੂੰ ਲਿਮਿਟ ਕਰਨ ਦਾ ਸੋਚਿਆ ਕਿ ਤੁਹਾਡੇ ਲਾਇਸੈਂਸ ਨਾਲ ਹੀ ਤੁਸੀਂ ਚੀਜ਼ਾਂ ਖੋਲ ਸਕਦੇ ਹੋ। ਤਾਂ ਹੁਣ ਲਾਇਸੈਂਸ ਲੈਣ ਲਈ ਸਰਕਾਰੀ ਦਫ਼ਤਰ ਜਾਣਾ ਪੈਂਦਾ ਸੀ। ਪਹਿਲਾਂ ਤਾਂ ਕਾਗਜ਼ ਇੰਨੇ ਸਾਰੇ ਹੁੰਦੇ ਸੀ। ਹੁਣ ਦਿੱਕਤ ਕਿੱਥੇ ਆਈ? ਦੇਖੋ, ਇੰਟੈਂਸ਼ਨ ਓਰੀਜਨਲੀ ਇਹ ਨਹੀਂ ਸੀ, ਪਰ ਹੁਣ ਜਿੱਥੇ-ਜਿੱਥੇ ਕਾਗਜ਼ ਸਰਕਾਰੀ ਆਫਿਸ ਜਾਣਾ ਪਊਗਾ, ਕਾਗਜ਼ ਫਿਲ ਕਰਨੇ ਪੈਣੇ ਆ, ਆਪਣੇ ਆਪ ਹੀ ਰਿਸ਼ਵਤ ਕਿਤੇ ਨਾ ਕਿਤੇ ਖਿਲਾਣੀ ਪੈਂਦੀ ਸੀ। ਇਸੇ ਕਾਰਨ ਇਸ ਚੀਜ਼ ਦੇ ਪੂਰੇ ਸਿਸਟਮ ਨੂੰ ਲਾਇਸੈਂਸ ਰਾਜ ਦਾ ਨਾਮ ਮਿਲ ਗਿਆ। ਜਿਵੇਂ ਬਹੁਤ ਜ਼ਿਆਦਾ ਤੰਗ ਕੀਤਾ ਤੇ ਪ੍ਰਾਈਵੇਟ ਸੈਕਟਰ ਨੂੰ ਗਰੋ ਹੀ ਨਹੀਂ ਕਰਨ ਦਿੱਤਾ। 1990 ਤੱਕ ਪ੍ਰਾਈਵੇਟ ਸੈਕਟਰ ਕੋਈ ਜ਼ਿਆਦਾ ਗਰੋ ਨਹੀਂ ਕਰ ਪਾਇਆ ਭਾਰਤ ਦੇ ਅੰਦਰ, ਕਿਉਂਕਿ ਲਾਇਸੈਂਸਸ ਬਹੁਤ ਜ਼ਿਆਦਾ ਲੈਣੇ ਪੈਂਦੇ ਸੀ। ਤੇ ਲਾਇਸੈਂਸ ਲੈਣੇ ਉਦੋਂ ਥੋੜੇ ਜਿਹੇ ਆਸਾਨ ਹੁੰਦੇ ਸੀ ਜੇ ਤੁਸੀਂ ਫੈਕਟਰੀ ਜਾਂ ਕੋਈ ਵੀ ਜੋ ਤੁਸੀਂ ਇੰਡਸਟਰੀ ਲਗਾਣੀ ਹੈ ਉਹ ਤੁਸੀਂ ਪਿਛੜੇ ਖੇਤਰਾਂ ਵਿੱਚ ਲਗਾਓਗੇ, ਤਾਂ ਉੱਥੇ ਤੁਹਾਡੀ ਫੈਕਟਰੀ ਦੇ ਲਾਇਸੈਂਸ ਲੈਣੇ ਥੋੜੇ ਆਸਾਨ ਹੁੰਦੇ ਸੀ। ਹੁਣ ਤੁਸੀਂ ਕਈ ਵਾਰੀ ਤੁਸੀਂ ਦੇਖੋਗੇ ਵੀ, ਦੇਖੋ ਇਦਾਂ ਕਿਉਂ ਪਿਛੜੇ ਇਲਾਕੇ 'ਚ ਕਿਉਂ? ਦੇਖੋ, ਜੇ ਕੋਈ ਪਿਛੜੇ ਇਲਾਕੇ 'ਚ ਕੋਈ ਵੱਡੀ ਕੋਈ ਫੈਕਟਰੀ ਖੋਲ ਵੀ ਦਊਗਾ, ਜੇ ਇਸ ਪੂਰੇ ਇਲਾਕੇ 'ਚ ਤਰੱਕੀ ਨਹੀਂ ਹੋਈ, ਹੁਣ ਇਸ ਫੈਕਟਰੀ ਦੇ ਕਾਰਨ ਸੜਕਾਂ ਵੀ ਬਣਾਉਣੀਆਂ ਪੈ ਜਾਣੀਆਂ। ਠੀਕ ਹੈ, ਹੁਣ ਇਸ ਫੈਕਟਰੀ ਨੂੰ ਸਪੋਰਟ ਕਰਨ ਲਈ ਸ਼ਾਇਦ ਇਹਨੂੰ ਕੋਈ ਸਪੇਅਰ ਪਾਰਟਸ ਚਾਹੀਦੇ ਹੋਣ, ਕੋਈ ਹੋਰ ਚੀਜ਼ਾਂ ਹੋਣ, ਆਸ-ਪਾਸ ਛੋਟੀਆਂ-ਛੋਟੀਆਂ ਹੋਰ ਇੰਡਸਟਰੀਆਂ ਲੱਗ ਜਾਣਗੀਆਂ, ਛੋਟੀਆਂ-ਮੋਟੀਆਂ ਹੋਰ ਦੁਕਾਨਾਂ ਵੀ ਖੁੱਲ ਜਾਣਗੀਆਂ। ਕਰਦੇ ਕਰਾਂਦੇ ਆ ਜਿਹੜਾ ਪਿਛੜਿਆ ਹੋਇਆ ਇਲਾਕਾ ਹੈ ਪੂਰਾ ਡਿਵੈਲਪ ਹੋਣ ਲੱਗ ਜਾਊਗਾ। ਤਾਂ ਸਰਕਾਰ ਨੇ ਇਹੀ ਯੋਜਨਾ ਬਣਾਈ ਕਿ ਦੇਖੋ, ਜਿੱਥੇ ਆਪਾਂ ਨਿੱਜੀ ਸੈਕਟਰ ਰੱਖਣਾ ਵੀ ਹੈ, ਆਪਾਂ ਨਿੱਜੀ ਸੈਕਟਰ ਨੂੰ ਇਸ ਤਰੀਕੇ ਨਾਲ ਰੱਖੀਏ ਕਿ ਆਪਾਂ ਜੇ ਪਿਛੜੇ ਇਲਾਕਿਆਂ ਵਿੱਚ ਲਗਾਈਏ ਤਾਂ ਇਹ ਆਪਣੀ, ਇੱਕ ਤਾਂ ਪ੍ਰਾਈਵੇਟ ਸੈਕਟਰ ਚਲੋ ਗਰੋ ਵੀ ਕਰ ਰਹੇ ਆ, ਦੂਜੇ ਆਪਣਾ ਇਸ ਮਿਸ਼ਨ 'ਚ ਵੀ ਮਦਦ ਕਰ ਦੇਣਗੇ ਕਿ ਭਾਰਤ ਦੀ ਤਰੱਕੀ ਹੋ ਰਹੀ ਹੈ। ਤੁਸੀਂ ਕਈ ਭਾਰਤ ਦੇ ਅੰਦਰ ਪੁਰਾਣੇ ਸ਼ਹਿਰ ਦੇਖੋਗੇ ਜਿੱਥੇ ਇੱਕ ਬਹੁਤ ਵੱਡੀ ਫੈਕਟਰੀ ਦੇ ਆਸ-ਪਾਸ ਹੀ ਸਾਰਾ ਸ਼ਹਿਰ ਬਣ ਗਿਆ। ਉਸ ਸ਼ਹਿਰਾਂ ਦੇ ਅੰਦਰ ਉਹ ਫੈਕਟਰੀ ਮਸ਼ਹੂਰ ਵੀ ਬਹੁਤ ਹੁੰਦੀ ਹੈ ਕਿ ਆਹ ਇਸ ਜ਼ਮਾਨੇ 'ਚ ਲੱਗੀ ਸੀ ਫੈਕਟਰੀ, ਅੱਜ ਤੱਕ ਵੀ ਕਈ ਵਾਰੀ ਚੱਲ ਰਹੀਆਂ। ਤੇ ਸਾਰਾ ਸ਼ਹਿਰ ਉਹਨਾਂ ਦੇ ਆਸ-ਪਾਸ ਹੀ ਡਿਵੈਲਪ ਹੁੰਦੇ ਹੁਣ ਤਾਂ ਹੋਰ ਵੀ ਇੰਡਸਟਰੀਆਂ ਲੱਗ ਗਈਆਂ, ਪਰ ਉਹ ਅੱਜ ਵੀ ਉਸ ਇੰਡਸਟਰੀ ਨੂੰ ਮੰਨਿਆ ਜਾਂਦਾ ਹੈ, ਯਾਦ ਕੀਤਾ ਜਾਂਦਾ। ਬਹੁਤ ਸਾਰੇ ਸ਼ਹਿਰ ਪੰਜਾਬ ਵਿੱਚ ਵੀ ਹੈਗੇ ਆ। ਤੇ ਇਸ ਤਰੀਕੇ ਨਾਲ ਜਿਵੇਂ ਆਹ
ਮੋਗੇ ਵਿੱਚ ਤੁਹਾਡੀ ਨੈਸਲੇ ਨੇ ਫੈਕਟਰੀ ਲਗਾਈ ਸੀ, ਉਹ ਆਪਣੇ ਆਪ ਜਿੱਡੀ ਵੱਡੀ ਫੈਕਟਰੀ ਹੈ ਕਿ ਹੌਲੀ ਹੌਲੀ ਉਹਦੇ ਆਸ-ਪਾਸ ਸਾਰਾ ਸ਼ਹਿਰ ਸਭ ਕੁਝ ਬਣਦਾ ਗਿਆ। ਤਾਂ ਆਪਣੇ ਆਪ ਹੀ ਉਹ ਪੂਰੇ ਇਲਾਕੇ ਨੂੰ ਡਿਵੈਲਪ ਕਰਨ ਦਾ ਹੀ ਕੰਮ ਕਰਦੀਆਂ। ਜਦੋਂ ਉਹਨੂੰ ਸਪੋਰਟ ਕਰਨ ਲਈ ਹੋਰ ਚੀਜ਼ਾਂ ਲੱਗਣਗੀਆਂ, ਉੱਥੇ ਲੋਕੀ ਸ਼ਿਫਟ ਹੋਣਗੇ, ਖਰਚਾ ਕਰਨਗੇ, ਹੋਰ ਦੁਕਾਨਾਂ ਵੀ ਖੁੱਲਣ ਲੱਗਣਗੀਆਂ ਤੇ ਆਪਣੇ ਆਪ ਹੀ ਇਲਾਕੇ ਦੀ ਡਿਵੈਲਪਮੈਂਟ ਹੋ ਜਾਊਗੀ। ਠੀਕ ਹੈ, ਕਲੀਅਰ ਹੈ। ਤੇ ਇਸ ਤਰੀਕੇ ਨਾਲ ਸਰਕਾਰ ਨੇ ਹੁਣ ਦੇਖੋ ਜਿਹੜਾ ਆਪਾਂ ਉਦਯੋਗ ਦਾ ਤਰੀਕਾ ਅਪਣਾਇਆ, ਆਪਾਂ ਸੋਵੀਅਤ ਸੰਘ ਤੋਂ ਇੱਕ ਹੋਰ ਚੀਜ਼ ਤੋਂ ਆਪਾਂ ਇੰਸਪਾਇਰ ਹੋਏ, ਆਪਾਂ ਯੋਜਨਾਬੰਦ ਆਰਥਿਕਤਾ ਸ਼ੁਰੂ ਕੀਤੀ। ਯੋਜਨਾਬੰਦ ਆਰਥਿਕਤਾ ਕੀ ਹੈ ਕਿ ਦੇਖੋ ਆਪਾਂ ਨਾ ਪਲਾਨ ਬਣਾਉਣੇ ਸ਼ੁਰੂ ਕੀਤੇ। ਆਪਾਂ 5 ਸਾਲ ਦੇ ਤੇ ਇੱਕ 20 ਸਾਲ ਦਾ ਪਲਾਨ ਬਣਾਉਣਾ ਸ਼ੁਰੂ ਕੀਤਾ, 5 ਸਾਲ ਦੇ ਵੀ ਤੇ ਫਿਰ 20 ਸਾਲ ਦੇ ਵੀ ਪਲਾਨ ਬਣਾਉਣੇ ਸ਼ੁਰੂ ਕੀਤੇ। ਇਹਦੇ ਅੰਦਰ ਕੀ ਸੀਗਾ ਕਿ ਆਪਾਂ 5 ਸਾਲ ਪਲਾਨ ਬਣਾਉਂਦੇ ਸੀ ਕਿ ਅਗਲੇ 5 ਸਾਲ ਆਪਾਂ ਟਾਰਗੇਟ ਸੈੱਟ ਕਰਦੇ ਸੀ ਕਿ ਆਪਾਂ ਨੂੰ ਕੀ ਕੀ ਅਚੀਵ ਕਰਨਾ। ਖਾਣਾ ਭਾਰਤ ਵਿੱਚ ਕਿੰਨਾ ਬਣਨਾ ਚਾਹੀਦਾ, ਤਾਂ ਮਤਲਬ ਖੇਤੀ ਦੀ ਕਿੰਨੀ ਤਰੱਕੀ ਕਰਵਾਉਣੀ ਹੈ, ਕਿੰਨਾ ਲੋਹਾ ਬਣਨਾ ਚਾਹੀਦਾ, ਹਰ ਚੀਜ਼ ਦੀ ਆਪਾਂ ਇਦਾਂ ਟਾਰਗੇਟ ਸੈੱਟ ਕੀਤੇ। ਉਦੋਂ ਬਾਅਦ ਹਰ 5 ਸਾਲ ਬਾਅਦ ਆਪਾਂ ਰਿਵਿਊ ਕਰਦੇ ਸੀ, ਅੱਛਾ ਕੀ ਅਚੀਵ ਕਰ ਲਿਆ, ਉਦੋਂ ਬਾਅਦ ਅਗਲੇ 5 ਸਾਲ 'ਚ ਕੀ ਅਚੀਵ ਕਰਨਾ। ਇਦਾਂ ਆਪਾਂ 5-5 ਸਾਲ ਦੇ ਪਲਾਨ ਬਣਾਏ ਹੈ। ਠੀਕ ਹੈ, ਇਹ ਤੁਹਾਡੇ ਸਾਰੇ ਨੋਟਸ ਦੇ ਅੰਦਰ ਹੈ ਤੇ ਲੈਕਚਰ ਦੇ ਨਾਲ ਵੀ ਹੈ। ਠੀਕ ਹੈ, ਤੇ ਇਹ ਸਾਰੇ 5 ਸਾਲ ਦੇ ਪਲਾਨ, ਇਹਨਾਂ ਦੇ ਟਾਰਗੇਟਸ ਤੁਹਾਨੂੰ ਯਾਦ ਕਰਨੇ ਜ਼ਰੂਰੀ ਹੈ ਕਿ ਕਿਹੜੇ ਸਾਲ ਕੀ ਟਾਰਗੇਟ ਸੀ ਜਾਂ ਕਿਉਂ ਉਹ ਪੂਰਾ ਨਹੀਂ ਹੋ ਪਾਇਆ ਜਾਂ ਉਹਦਾ ਆਬਜੈਕਟਿਵ ਕੀ ਸੀ, ਗਰੀਬੀ ਹਟਾਉਣਾ, ਇਦਾਂ ਦੀ ਸਾਰੀ ਚੀਜ਼ਾਂ ਇਹ ਤੁਹਾਨੂੰ ਪੇਪਰ 'ਚ ਕੁਐਸਚਨ ਆ ਸਕਦੇ ਆ। ਠੀਕ ਹੈ, ਤਾਂ ਜਿਹੜੇ 5 ਸਾਲੀ ਯੋਜਨਾਵਾਂ ਬਣਾਈਆਂ ਸੀ, ਇਹਦੇ 4 ਮੇਨ ਮਕਸਦ ਸੀਗੇ। ਆਪਾਂ ਨੂੰ ਭਾਰਤ ਦਾ ਵਾਧਾ ਕਰਨਾ ਸੀ, ਵਿਕਾਸ ਕਰਨਾ ਸੀ। ਠੀਕ ਹੈ, ਆਧੁਨਿਕਤਾ ਲਿਆਣੀ ਸੀ, ਆਪਾਂ ਨੂੰ ਨਵੀਂ ਮਾਡਰਨਾਈਜੇਸ਼ਨ ਲਿਆਣੀ ਸੀ, ਹੋਰ ਨਵੀਆਂ ਫੈਕਟਰੀਆਂ ਲੱਗਣ। ਠੀਕ ਹੈ, ਆਤਮ ਨਿਰਭਰ ਹੋਣਾ ਸੀ। ਅੱਜ ਵੀ ਆਪਣਾ ਆਤਮ ਨਿਰਭਰ ਭਾਰਤ ਦਾ ਆਪਣਾ ਸੁਪਨਾ ਹੈ ਕਿ ਆਪਾਂ ਨੂੰ ਲੋਕਾਂ ਤੋਂ ਸਮਾਨ ਨਾ ਖਰੀਦਣਾ ਪਵੇ, ਆਪਾਂ ਖੁਦ ਜ਼ਿਆਦਾਤਰ ਚੀਜ਼ਾਂ ਭਾਰਤ ਦੇ ਅੰਦਰ ਹੀ ਬਣਾ ਸਕੀਏ, ਤਾਂ ਕਿ ਜੇ ਕੋਈ ਆਪਾਂ ਨੂੰ ਬਾਹਰੋਂ ਸਮਾਨ ਭੇਜਣਾ ਬੰਦ ਵੀ ਕਰ ਦੇ, ਆਪਣਾ ਭਾਰਤ ਤਾਂ ਵੀ ਚੱਲਦਾ ਰਹੇ। ਠੀਕ ਹੈ, ਤੇ ਇਕਵਿਟੀ, ਲੋਕਾਂ 'ਚ ਬਰਾਬਰ ਚੀਜ਼ਾਂ ਵੰਡੀਆਂ ਜਾਣ। ਠੀਕ ਹੈ, ਅਮੀਰ ਹੋਰ ਅਮੀਰ ਨਾ ਹੁੰਦਾ ਜਾਵੇ ਤੇ ਗਰੀਬ ਹੋਰ ਗਰੀਬ ਨਾ ਹੁੰਦਾ ਜਾਵੇ। ਸਰਕਾਰ ਨੂੰ ਇਹਦੀ ਵੀ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਠੀਕ ਹੈ, ਇਹ ਸੀਗਾ ਤੁਹਾਡਾ ਅੱਜ ਦਾ ਲੈਕਚਰ। ਜਿਹੜਾ ਅਗਲਾ ਲੈਕਚਰ ਹੋਊਗਾ ਉਹ 'ਚ ਆਪਾਂ 1991 ਦੇ ਰਿਫਾਰਮਸ ਪੜਾਂਗੇ ਕਿ ਕੀ ਚੀਜ਼ਾਂ ਕਾਰਨ ਆਪਾਂ ਨੂੰ ਭਾਰਤ ਦੀ ਆਰਥਿਕਤਾ 'ਚ ਬਦਲਾਵ ਕਰਨੇ ਪਏ ਸੀ, ਕੀ ਬਦਲਾਵ ਕੀਤੇ, ਉਹ ਸਾਰੀ ਚੀਜ਼ਾਂ ਬਾਰੇ ਆਪਾਂ ਪੜਾਂਗੇ। ਥੈਂਕ ਯੂ, ਮਿਲਦੇ ਹਾਂ ਅਗਲੇ ਲੈਕਚਰ 'ਚ।